संगत जी, आज के सत्संग की शुरुआत करते हैं और आज इनवाइट करेंगे गुरनीत आंटी को। गुरनीत आंटी आए और सत्संग शेयर करें। गुरु जी दे चरनां च प्रणाम। सारी संगत नूं जय गुरु जी। बहुत वडभागी समझ रही हां अपने आप नूं कि अज गुरु जी दी महिमा गाउण दा मौका मैनूं वड्डे मंदिर तो मिल रहा है। मैं कदे भी सोचिया नहीं सी, कदे इमेजिन नहीं सी कीता। गुरु जी दे हुंदे जदों गुरु जी किसी नूं कहंदे हुंदे सी कि उठ के सत्संग सुणाओ, तां मेरे वर्गा सिर्फ अपना सिर नीचे कर लैंदा सी कि गुरु जी मैनू ना कह देण। संगत जी, आई विल share the journey of myself and my whole family. कोई गुरु जी दी शान च उच्चा नीवा कुछ भी इधर उधर किया जाए तो संगत जी माफ कर देना, मैं भी थोड़े विचों एक इंसान हाँ। साडे परिवार दी जर्नी, गुरु जी दे केड़े कर्म साडे अगे आए सी, ये गुरु जी जानते ने। इट स्टार्टेड इन 1976-77। गुरु जी मलेरकोटले उदों कॉलेज पढ़दे हुंदे सी ते मेरे वड्डे भूआ जी ते वड्डे फुफ्फड़ जी, मेरे वड्डे फुफ्फड़ जी वाज प्रोफेसर इन द कॉलेज जिथे गुरु जी पढ़दे सीगे। ते गुरु जी अपने आप ही अंकल कोल आके कहंदे सीगे कि खैर प्रोफेसर साहब मैं थोड़े घरे आके आराम कर लिया कर। एंड मेरे भूआ जी फुफ्फड़ जी वर ऑलवेज वेरी वेलकमिंग। ते गुरु जी दोपहर नूं किसी टाइम आके जिवें उन्हां दे चुबारा हुंदा सी, उत्थे कई घंटे सौ जांदे सी। की करदे सी पता नहीं, पर उपर मतलब उन्हां नूं रूम दिता होया सी। गुरु जी उत्थे जाके बहंदे सी, आराम करदे सी। साडे हिसाब नाल ओह सिर्फ जिवें भी दोपहर कट्टण आए ने, यू नो देयर आर लॉन्ग अपने लॉन्ग समर आफ्टरनून्स। ते फिर उस तो बाद गुरु जी आपे चले जांदे सी। कदे कदाई भूआ जी तो कदे उन्होंने चाह पी ली या कोई गल कर ली, पर अदरवाइज ना किसी नूं पता सी, ना गुरु जी ने कदे शो होण दिता भी ओह की चीज ने, खुद परमात्मा ने नहीं उन्होंने शो होण दिता। मेरा कजन मेरे वड्डे भूआ जी दा बेटा उदों ही वाज 3-3.5 साल दे सीगे। ਉਹਨਾਂ ਦੇ ਨਾ ਅਕਸਰ ਹੱਥਾਂ ਤੇ ਜਿਵੇਂ ਪੰਜਾਬੀ ਚ ਆਪਾਂ ਕਹਿ ਦਿੰਦੇ ਆ ਕਿ ਫੋੜੇ ਹੋ ਜਾਂਦੇ ਸੀਗੇ, ਐਂਡ ਦੇ ਵੁੱਡ ਗੈਟ ਫਿਲਡ ਵਿਦ ਪਸ ਐਂਡ ਊਜ਼। ਤੇ ਉਹਨਾਂ ਦਾ ਕਾਫੀ ਇਲਾਜ ਕਰਾਇਆ ਭੂਆ ਜੀ ਹੋਰਾਂ ਨੇ, ਜਿਵੇਂ ਹੋਮਿਓਪੈਥੀ ਵੀ, ਐਲੋਪੈਥੀ, ਨਥਿੰਗ ਵਰਕਡ। ਤੇ ਇੱਕ ਦਿਨ ਗੁਰੂ ਜੀ ਵਾਸ देयर ਤੇ ਗੁਰੂ ਜੀ ਨੇ ਕਿਹਾ ਕਿ ਵੀ ਆ ਬੇਟੇ ਦੇ ਹੱਥਾਂ ਤੇ ਕੀ ਹੈ। ਤੇ ਗੁਰੂ ਜੀ ਨੇ ਪਾਣੀ ਮੰਗਵਾਇਆ ਤੇ ਪਾਣੀ ਦੇ ਸਿਰਫ ਉੱਤੇ ਛਿੱਟੇ ਮਾਰੇ। ਮੇਰੇ ਕਜ਼ਨ ਨੂੰ ਉਸ ਤੋਂ ਬਾਅਦ ਕਦੇ ਵੀ ਉਹ ਤਕਲੀਫ ਦੁਬਾਰਾ ਨਹੀਂ ਹੋਈ। ਖੈਰ ਉਸ ਤੋਂ ਬਾਅਦ ਗੁਰੂ ਜੀ ਅਚਾਨਕ ਆਈ ਥਿੰਕ ਹੀ ਗ੍ਰੈਜੂਏਟਡ, ਉਸ ਤੋਂ ਬਾਅਦ ਪਤਾ ਨਹੀਂ ਕਿ ਗੁਰੂ ਜੀ ਕਿੱਥੇ ਚਲੇ ਗਏ, ਨਾ ਹੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਹਾਂ ਇੱਕ देयर वाज एन ऑ इन द माइंड ਕਿ ਜਦੋਂ ਉਹਨਾਂ ਨੇ, ਉਦੋਂ ਤਾਂ ਗੁਰੂ ਮਤਲਬ ਅੰਕਲ ਦੇ ਸਟੂਡੈਂਟ ਹੀ ਸੀਗੇ ਉਹ, ਕਿ ਜਦੋਂ ਉਹਨਾਂ ਨੇ ਪਾਣੀ ਪਾਇਆ ਸੀ ਤਾਂ ਉਸ ਤੋਂ ਬਾਅਦ ਨੋਨੀ ਵੀਰ ਤੇ ਕਦੇ ਵੀ ਉਹ ਦੁਬਾਰਾ ਪ੍ਰੋਬਲਮ ਨਹੀਂ ਹੋਈ। ਟਾਈਮ ਲੰਘਦਾ ਗਿਆ ਐਂਡ ਸੰਗਤ ਜੀ 19 was the time, 76-77 was the year when I was 77 is the year when I was born. So ਮੈਂ ਤਾਂ ਆਪਣੇ ਆਪ ਨੂੰ ਬਹੁਤ ਹੀ ਕਿਸਮਤ ਵਾਲੀ ਸਮਝਦੀ ਹਾਂ ਕਿ ਗੁਰੂ ਜੀ ਉਦੋਂ ਤੇ ਪਰਿਵਾਰ ਨਾਲ ਜੁੜੇ ਨੇ ਜਦੋਂ ਗੁਰੂ ਜੀ ਨੇ ਹੁਕਮ ਕੀਤਾ ਹੋਣਾ ਕਿਤੇ ਧਰਤੀ ਤੇ ਆਉਣ ਦਾ। ਸੰਗਤ ਜੀ ਉਸ ਤੋਂ ਬਾਅਦ in the year 95 ਸਾਡੇ ਘਰੇ ਜਿਵੇਂ ਗੁਰੂ ਜੀ ਨੇ ਦੁਬਾਰਾ ਜਿਵੇਂ ਕਨੈਕਟ ਕਰਨਾ ਹੁੰਦਾ, ਇਟਸ ਆਲ ਹਿਸ ਹੁਕਮ, ਹਿਸ ਟਾਈਮਿੰਗਸ। ਮੇਰੇ ਵੱਡੇ ਭੂਆ ਜੀ ਫੁੱਫੜ ਜੀ ਐਟ ਦੈਟ ਟਾਈਮ ਮੂਵ ਟੂ ਪਟਿਆਲਾ। ਅਸੀਂ ਪਟਿਆਲੇ ਦੇ ਰਹਿਣ ਵਾਲੇ ਹਾਂ। ਤੇ ਮੇਰੇ ਛੋਟੇ ਭੂਆ ਜੀ ਨੇ, ਉਹਨਾਂ ਦੇ ਫਰੈਂਡ ਅਚਾਨਕ ਸਾਡੇ ਘਰੇ ਆਉਂਦੇ ਨੇ ਤੇ ਕੋਈ ਕਾਰਪੈਟਸ ਦੀ ਗੱਲ ਹੋਈ ਤੇ ਉਹਨਾਂ ਨੇ ਕਿਹਾ ਭੋਲੀ ਕਲੀਨ ਤਾਂ ਉੱਥੇ ਵਿਛਦੇ ਨੇ ਗੁਰੂ ਜੀ ਦੇ, ਲਾਲ ਲਾਲ ਕਲੀਨ ਵਿਛਿਆ ਹੁੰਦਾ ਤੇ ਇੰਨੀਆਂ ਖੁਸ਼ਬੂਆਂ ਆਉਂਦੀਆਂ ਨੇ। ਤੇ ਮੇਰੇ ਛੋਟੇ ਭੂਆ ਜੀ ਨੇ ਕਿਹਾ ਤੂੰ ਕਿਹਦੀ ਗੱਲ ਕਰੀ ਜਾਂਦੀ ਹੈ। ਸੋ ਸ਼ੀ ਟੋਲਡ ਕਿ देयर इज ਗੁਰੂ ਜੀ ਇਨ ਗੁਰੂ ਜੀ ਕਿ ਜਲੰਧਰ ਨੇ, ਬੜੀਆਂ ਬਿਮਾਰੀਆਂ ਠੀਕ ਕਰਦੇ ਨੇ, ਬੜੇ ਪਹੁੰਚੇ ਹੋਏ ਨੇ। ਮੇਰੇ ਵੱਡੇ ਭੂਆ ਜੀ ਨੂੰ ਉਸ ਟਾਈਮ
ਇੰਨੀ ਹੈਲਥ ਪ੍ਰੋਬਲਮਸ ਚੱਲ ਰਹੀਆਂ ਸੀ, she would not gain weight. ਉਹਨਾਂ ਦੇ she was not diagnosed at that time with skin cancer, but she was going through the process ਕਿ ਜਦੋਂ body ਥੋੜੀ deteriorate ਹੋਣੀ ਸ਼ੁਰੂ ਹੁੰਦੀ ਹੈ. So ਸੰਗਤ ਜੀ ਉਹ ਟਾਈਮ ਸੀ ਜਦੋਂ ਉਹਨਾਂ ਨੇ ਇੰਨਾ ਕਿਹਾ, ਬਾਈ ਚਾਂਸ ਕਿ ਗੁਰੂ ਜੀ ਦੀ ਮਰਜ਼ੀ, ਵੱਡੀ ਭੂਆ ਜੀ ਉੱਥੇ ਆਏ ਤੇ ਉਹਨਾਂ ਨੇ ਕਿਹਾ ਕਿ ਗੁਰੂ ਜੀ ਦਾ ਨਾਮ ਕੀ ਹੈ, ਤਾਂ ਉਹਨਾਂ ਨੇ ਕਿਹਾ ਕਿ ਨਿਰਮਲਜੀਤ ਸਿੰਘ ਹੈ ਸ਼ਾਇਦ। ਤਾਂ ਵੱਡੇ ਭੂਆ ਜੀ ਕਹਿੰਦੇ ਚੰਗਾ ਮੈਨੂੰ ਲੈ ਕੇ ਚੱਲੀ ਸੁਖਦੇਵ ਉੱਥੇ। ਸਭ ਫੋਲੋਇੰਗ ਸੰਡੇ, ਉਦੋਂ ਗੁਰੂ ਜੀ ਜਲੰਧਰ ਹੁੰਦੇ ਸੀ ਤੇ ਸੰਡੇ ਭੂਆ ਜੀ ਦੀ ਛੁੱਟੀ ਹੁੰਦੀ ਸੀ ਕਾਲਜ ਤੋਂ, ਸੋ ਦੇ ਵੈਂਟ। ਔਰ ਗੁਰੂ ਜੀ ਨੇ ਜਾਣ ਸਾਰ ਇੰਨਾ ਪਿਆਰ ਕੀਤਾ ਔਰ ਇੰਨਾ ਬੜੇ ਜਿਵੇਂ ਵਿਛੜੇ ਮਿਲੇ ਹੁੰਦੇ ਨੇ। ਮੈਂ ਵੀ ਗਈ ਆਪਣੇ ਮਾਮਾ ਦੇ ਨਾਲ, ਮੈਂ, ਮੇਰੇ ਮਾਮਾ, ਮੇਰੇ ਭੂਆ ਜੀ। ਇਟ ਵਾਸ 31 ਜੁਲਾਈ 95, ਜਿਸ ਵੇਲੇ ਮੈਨੂੰ ਗੁਰੂ ਜੀ ਦੇ ਇਸ ਜਨਮ ਚ ਪਹਿਲੀ ਵਾਰ ਦਰਸ਼ਨ ਹੋਏ। ਸੰਗਤ ਜੀ ਮੈਨੂੰ ਉਹ ਟਾਈਮ ਬਹੁਤ ਕਲੀਅਰਲੀ ਯਾਦ ਹੈ। ਆਈ ਵਾਸ ਜਸਟ 17-18 years old, ਪਰ ਮੈਂ ਜਦੋਂ ਜਾ ਕੇ ਮੱਥਾ ਟੇਕਿਆ, ਐਂ ਲੱਗਦਾ ਸੀਗਾ ਕਿ ਦਿਸ ਇਜ਼ ਹੈਵਨ। ਮੇਰੇ ਮਨ ਚ ਨਾ ਕਦੇ ਕੋਈ ਕੁਐਸਚਨ ਆਇਆ, ਨਾ ਮੈਂ ਕਦੇ ਡਾਊਟ ਕੀਤਾ। ਬਸ ਉਸ ਦਿਨ ਤੋਂ ਬਾਅਦ ਮੈਂ ਸਿਰਫ ਗੁਰੂ ਜੀ ਦੀ ਹੋ ਗਈ। ਜਦੋਂ ਮੇਰੇ ਮਾਮਾ ਨੇ ਮੱਥਾ ਟੇਕਿਆ ਤਾਂ ਮਾਮਾ ਦੀ ਪੂਰੀ ਫੈਮਿਲੀ ਹਿਸਟਰੀ ਗੁਰੂ ਜੀ ਨੇ ਦੱਸਤੀ। ਕਹਿੰਦੇ ਆ ਗਈ ਡੀਐਸਪੀ ਦੀ ਬੇਟੀ, ਤੇ ਮੇਰੇ ਨਾਨਾ ਜੀ ਦਾ ਨਾਮ ਲਿਆ, ਹਰਨਾਮ ਸਿੰਘ ਦੀ ਡਾਟਰ ਹੈ, 2 ਸਿਸਟਰਸ ਨੇ। ਚੁੱਪ ਕਰਕੇ ਬੈਠ ਕੇ ਉੱਥੇ ਜਾ ਕੇ ਸਾਰੇ ਗੁਰੂ ਜੀ, ਮਤਲਬ ਕਿ ਉਹ ਸਾਡੀ ਸ਼ੁਰੂਆਤ ਗੁਰੂ ਜੀ ਨਾਲ ਐਜ਼ ਫੈਮਿਲੀ ਆਉਣ ਜਾਣ ਦੀ ਹੋਈ। ਫਿਰ ਗੁਰੂ ਜੀ ਨਾਲ ਜਲੰਧਰ ਆਉਣ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ। ਵੀ ਕੋਈ ਸੰਡੇ ਜਦੋਂ ਛੁੱਟੀ ਹੁੰਦੀ ਸੀ, ਜਦੋਂ ਕੁਝ ਵੀ ਹੁੰਦਾ ਸੀ, we were always there। ਕੋਈ ਬਰਥਡੇ ਸੈਲੀਬ੍ਰੇਸ਼ਨ ਹੈ, ਕੁਝ ਵੀ, our family was at his feet। ਗੁਰੂ ਮਹਾਰਾਜ ਨੇ ਵੀ ਇੰਨੀ ਬਖਸ਼ਿਸ਼ ਕੀਤੀ ਕਿ 95 ਜੁਲਾਈ ਚ ਮਿਲੇ, ਇਸ ਜਨਮ ਚ। ਪਤਾ ਨਹੀਂ ਮਿਲੇ ਤਾਂ ਕਦੋਂ ਦੇ ਗੁਰੂ ਜੀ। ਇਹ ਆਤਮਾਵਾਂ ਮਿਲਣ ਨੂੰ ਤਰਸ ਰਹੀਆਂ ਸੀ ਗੁਰੂ ਜੀ ਨੂੰ। ਕਿ ਨਿਊ ਈਅਰਸ ਈਵ 31 ਦਸੰਬਰ ਗੁਰੂ ਜੀ ਪਹਿਲੀ ਵਾਰ ਘਰ ਆਏ। ਉਹਨਾਂ ਨੇ ਟਿਵਾਣਾ ਅੰਕਲ ਸੀਗੇ ਪਟਿਆਲੇ, ਉਹਨਾਂ ਦੇ ਘਰੇ ਨਿਊ ਈਅਰ ਮਨਾਉਣਾ ਸੀਗਾ। ਉਸ ਤੋਂ ਪਹਿਲਾਂ ਅਚਾਨਕ ਗੁਰੂ ਜੀ ਕਹਿੰਦੇ ਕਿ ਚਹਿਲ ਸਾਹਿਬ ਦੇ ਘਰ ਜਾਣਾ। ਗੁਰੂ ਜੀ ਆਪਣੀ ਸਾਰੀ ਸੰਗਤ ਲੈ ਕੇ ਆਏ। ਜਦੋਂ ਸੰਗਤ ਆਈ ਤੇ ਗੁਰੂ ਜੀ ਇੱਕ ਕਮਰੇ ਚ ਘਰ ਦੇ ਐਂ ਘੁੰਮ ਰਹੇ ਸੀ, ਜਿਵੇਂ ਉਹਨਾਂ ਦਾ ਆਪਣਾ ਘਰ ਹੁੰਦਾ। ਹਰ ਰੂਮ ਚ ਬੈਠ ਕੇ ਉਹਨਾਂ ਨੇ ਕੋਈ ਗੱਲ ਕੀਤੀ, ਮਿਲੇ ਸਾਰਿਆਂ ਨੂੰ। ਐਂਡ ਉਸ ਤੋਂ ਬਾਅਦ ਫਿਰ ਹੀ ਵੈਂਟ ਟੂ ਟਿਵਾਣਾ ਅੰਕਲਸ ਹਾਊਸ। ਮੇਰੇ ਛੋਟੇ ਭੂਆ ਜੀ ਦਾ ਘਰ ਵੀ ਉੱਥੇ ਨਾਲ ਹੀ ਹੈ, ਉੱਥੇ ਵੀ ਗੁਰੂ ਜੀ ਉਹਨਾਂ ਦੇ ਘਰ ਵੀ ਜਾ ਕੇ ਆਏ। ਸੰਗਤ ਜੀ, ਮੇਰਾ ਗੁਰੂ ਜੀ ਦੀਆਂ ਆਈ ਵਿਲ ਸਟਾਰਟ ਵਿਦ ਮਾਈ ਮਦਰ ਸਤਸੰਗ। ਕਿ ਜਦੋਂ ਅਸੀਂ ਗੁਰੂ ਜੀ ਨੂੰ 95 ਚ ਮਿਲੇ, ਉਸ ਤੋਂ ਕੁਝ ਮਹੀਨਿਆਂ ਬਾਅਦ ਮਾਮਾ ਨੂੰ ਅਚਾਨਕ ਆਰਥਰਾਈਟਿਸ ਦਾ ਅਟੈਕ ਹੋ ਗਿਆ। ਇਟ ਵਾਸ ਰੂਮੇਟੋਇਡ ਆਰਥਰਾਈਟਿਸ। ਇੰਨਾ ਜ਼ਿਆਦਾ ਭੈੜਾ ਅਟੈਕ ਹੋਇਆ ਕਿ ਮਾਮਾ ਬੈੱਡ ਤੋਂ ਪਾਸਾ ਨਹੀਂ ਸੀ ਲੈ ਸਕਦੇ। ਮਾਮਾ ਲੈਟ ਅਲੋਨ ਕਿ ਤੁਸੀਂ ਉੱਠ ਕੇ ਬਾਥਰੂਮ ਜਾਣਾ, 2 ਜਣੇ ਫੜ ਕੇ ਮਾਮਾ ਨੂੰ ਬਾਥਰੂਮ ਲੈ ਕੇ ਜਾਂਦੇ ਸੀ। ਪਰ ਗੁਰੂ ਜੀ ਨਾਲ ਇੱਕ ਮਿਲਣ ਸਾਰੀ ਇੰਨਾ ਪਿਆਰ ਹੋ ਗਿਆ ਸੀ ਕਿ ਜਾ ਕੇ ਗੁਰੂ ਜੀ ਨਾਲ ਗੱਲ ਕੀਤੀ। ਕਿ ਸੋ ਇੱਕ ਗੱਲ ਦੱਸਦੇ ਗੁਰੂ ਜੀ ਮੇਰੇ ਮਾਮਾ ਨੂੰ ਮਾਮੀ ਜੀ ਕਹਿੰਦੇ ਸੀ, ਮੇਰੇ ਵੱਡੇ ਭੂਆ ਜੀ ਨੂੰ ਭੈਣ ਜੀ ਕਹਿੰਦੇ ਸੀ, ਮੇਰੇ ਛੋਟੇ ਭੂਆ ਜੀ ਨੂੰ ਮਾਸੀ ਜੀ ਕਹਿੰਦੇ ਸੀ। ਤੇ ਗੁਰੂ ਮਹਾਰਾਜ ਦੀ ਇੰਨੀ ਮਿਹਰ ਸੀ ਕਿ ਮੈਨੂੰ ਮਾਣੀ ਨੂੰ ਡਾਕਟਰ ਸਾਹਿਬ ਕਹਿੰਦੇ ਸੀ ਗੁਰੂ ਜੀ। ਤਾਂ ਗੁਰੂ ਜੀ ਨੂੰ ਜਦੋਂ ਜਾ ਕੇ ਦੱਸਿਆ ਕਿ ਮਾਮੀ ਦੀ ਹਾਲਤ ਇੰਨੀ ਖਰਾਬ ਹੈ, ਕਹਿੰਦੇ ਕੁਛ ਨਹੀਂ ਹੋਇਆ ਮਾਮੀ ਨੂੰ, ਫਲਾਣੇ ਦਿਨ ਲੈ ਕੇ ਆਇਓ ਮੇਰੇ ਕੋਲ। ਜਦੋਂ ਗੁਰੂ ਜੀ ਨੇ ਕਿਹਾ ਤੇ ਸਾਰਾ ਪਰਿਵਾਰ ਆਏ ਹੋ ਗਿਆ ਕਿ ਮਾਮਾ ਹਿੱਲ ਤਾਂ ਸਕਦੇ ਨਹੀਂ ਤੇ ਕਾਰ ਚ ਬੈਠ ਕੇ ਕਿਵੇਂ ਜਾਣਗੇ ਗੁਰੂ ਜੀ ਕੋਲ। ਪਰ ਗੁਰੂ ਮਹਾਰਾਜ ਨੇ ਤਾਂ ਸਿਰਫ ਆਪਣੇ ਵਚਨ ਕਰਨੇ ਨੇ, ਹੁਕਮ ਕਰਨਾ, ਚੀਜ਼ਾਂ ਤਾਂ ਆਪਣੇ ਆਪ ਹੀ ਹੋ ਜਾਂਦੀਆਂ ਨੇ। ਐਂਡ ਉਸ ਦਿਨ ਜਿਸ ਦਿਨ ਗੁਰੂ ਜੀ ਨੇ ਬੁਲਾਇਆ, ਮਾਮਾ ਵਾਸ ਏਬਲ ਟੂ ਗੈਟ ਅਪ। ਤੇ ਪਟਿਆਲੇ ਤੋਂ ਜਲੰਧਰ ਦਾ 3 ਘੰਟੇ ਦਾ ਰਸਤਾ ਹੈ। ਐਂਡ ਗੁਰੂ ਜੀ ਕੋਲ ਗਏ
ਤੇ ਗੁਰੂ ਜੀ ਨੇ ਉਹੀ ਆਪਣੇ ਸਾਰੀ ਸੰਗਤ ਨੂੰ ਪਤਾ ਹੀ ਹੈ ਉੱਥੇ ਇੱਕ ਆਪਰੇਸ਼ਨ ਰੂਮ ਸੀਗਾ, ਤਾਂ ਗੁਰੂ ਜੀ ਨੇ ਉੱਥੇ ਮਾਮਾ ਦਾ ਆਪਣੇ ਚਮਚੇ ਨਾਲ ਆਪਰੇਸ਼ਨ ਕੀਤਾ। ਤੇ ਮਾਮਾ had her own experience ਕਿ she was able to sleep for a very long time, ਜੋ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ। ਉਹ ਕਾਫੀ ਘੰਟੇ ਉੱਥੇ ਆਪਰੇਸ਼ਨ ਰੂਮ 'ਚ ਸੁੱਤੇ ਰਹੇ। ਉਸ ਤੋਂ ਬਾਅਦ ਮਾਮਾ ਦੀਆਂ 80% ਦਰਦਾਂ ਬਿਲਕੁਲ ਠੀਕ ਹੋ ਗਈਆਂ। ਉਸੇ ਦਿਨ ਹੀ ਕਿਸੇ ਗੁਰੂ ਜੀ ਨੇ ਕਿਹਾ ਕਿ ਆਈ ਥਿੰਕ ਹੁਸ਼ਿਆਰਪੁਰ ਜਾਂ ਪਠਾਨਕੋਟ ਕਿਤੇ ਕਹਿੰਦੇ ਸੀ ਉੱਥੇ ਕੋਈ ਫੰਕਸ਼ਨ ਸੀਗਾ, ਐਂਡ ਗੁਰੂ ਜੀ ਨੇ ਰਸਤੇ 'ਚ ਰੁਕ ਕੇ ਮਾਮਾ ਨੂੰ ਤੇ ਮੇਰੇ ਵੱਡੇ ਭੂਆ ਜੀ ਨੂੰ ਸ਼ਕਰਕੰਦੀ ਦੀ ਚਾਟ ਖਵਾਈ। ਐਂਡ ਉਸ ਤੋਂ ਬਾਅਦ ਮਾਮਾ ਦੀਆਂ ਪੇਨਸ, ਮੇਜਰ ਪੇਨਸ ਵਰ ਆਲ ਗੋਨ, ਤੇ ਬਾਕੀ ਜਿਹੜੀਆਂ ਛੋਟੇ ਛੋਟੇ ਜੁਆਇੰਟਸ ਉਹਨਾਂ ਦੇ ਦਰਦ ਸੀਗੀ, ਓਵਰ ਦ ਪੀਰੀਅਡ ਆਫ ਨੈਕਸਟ 1 month she was recovered completely. ਸੰਗਤ ਜੀ, we all know ਕਿ rheumatoid arthritis ਦਾ ਕੋਈ ਵੀ ਇਲਾਜ ਨਹੀਂ ਹੈਗਾ, ਕੋਈ ਵੀ ਇਲਾਜ ਨਹੀਂ ਹੈਗਾ। ਪਰ ਗੁਰੂ ਜੀ ਨਾਲ ਜਦੋਂ ਗੱਲ ਕਰਦੇ ਹੁੰਦੇ ਸੀ ਤਾਂ ਗੁਰੂ ਜੀ ਜਿਵੇਂ ਛੋਟੀਆਂ ਛੋਟੀਆਂ ਗੱਲਾਂ ਨਾਲ ਬੈਠੇ ਕਰਦੇ ਤਾਂ ਕਹਿੰਦੇ ਸੀ, ਮੈਂ ਬੈਠਾ, ਮੇਰੇ ਨਾਲ ਬੈਠੇ ਕੱਟ ਲੋ ਇਹ ਸਾਰਾ ਕੁਝ। ਸੋ ਗੁਰੂ ਜੀ, ਕੋਈ ਤੁਹਾਨੂੰ ਜੋ ਸਮਝ ਆਈ ਇਸ ਛੋਟੇ ਦਿਮਾਗ ਨੂੰ ਕਿ ਜੋ ਤਕਲੀਫ ਗੁਰੂ ਜੀ ਦਿੰਦੇ ਨੇ, ਗੁਰੂ ਜੀ ਦੇ ਹੁੰਦੇ ਇਸ ਜਨਮ ਚ ਆ ਰਹੀ ਹੈ, ਉਹ ਸਿਰਫ ਆਪਣੇ ਕਰਮ ਕੱਟ ਰਹੇ ਨੇ ਕਿ ਕੱਟ ਲਈਏ ਤਾਂ ਕਿ we are done with the balances of karma। ਫਿਰ ਮੇਰੇ ਮਾਮਾ ਨੂੰ, ਮੈਂ ਆਪਣੇ ਮਦਰ ਦਾ ਹੀ ਸਤਸੰਗ ਕੰਟੀਨਿਊ ਕਰਦੀ ਹਾਂ, ਕਿ ਫਿਰ ਮੇਰੇ ਮਦਰ ਨੂੰ 2006 ਵਿੱਚ ਅਚਾਨਕ ਇੰਨਾ ਉਹਨਾਂ ਦੇ ਲੰਗਸ ਚ ਪਾਣੀ ਪੈ ਗਿਆ। There was no previous history of any lung disease, ਕੁਛ ਵੀ ਨਹੀਂ ਸੀਗਾ, and ਅਚਾਨਕ ਉਹਨਾਂ ਦੇ ਲੰਗਸ ਚ ਪਾਣੀ ਪੈ ਗਿਆ। There was a diagnosis, confused diagnosis of either sarcoidosis or non-Hodgkin's, and I was in US, ਉਦੋਂ ਤੱਕ ਮੇਰਾ ਵਿਆਹ ਹੋ ਗਿਆ ਸੀ ਤੇ ਮੈਂ US ਸੀ। ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਕਿ ਦੀਦੀ most likely it is non-Hodgkin's, ਤੇ if it is that, 1 ਮਹੀਨਾ ਕੀ ਲਾਈਫ ਹੁੰਦੀ ਹੈ। ਕੀ ਕਰ ਸਕਦੇ ਹੋ ਜਦੋਂ ਇਹ ਜੀ ਖਬਰ ਸੁਣਦੇ ਹੋ? ਆਪਾਂ ਸਾਰੇ ਸਿਰਫ ਗੁਰੂ ਜੀ ਨੂੰ ਹੀ ਅਰਦਾਸ ਕਰਦੇ ਹਾਂ। ਪਰ ਮਾਮਾ ਹੋਰੀ ਤਾਂ ਉੱਥੇ ਸੀਗੇ, ਉਹੀ ਗੱਲ ਗੁਰੂ ਜੀ ਨਾਲ ਗੱਲ ਕੀਤੀ ਉੱਥੇ ਜਾ ਕੇ, ਤੇ ਗੁਰੂ ਜੀ ਕਹਿੰਦੇ ਕੁਛ ਨਹੀਂ ਹੋਇਆ, ਮਾਮੀ ਨੂੰ ਠੀਕ ਹੋ ਜਾਣਾ ਉਹਨੇ। ਫਿਰ ਦਸੰਬਰ ਚ ਗੁਰੂ ਜੀ ਆਪਣੀ ਨੀਸ ਦੀ ਵੈਡਿੰਗ ਤੇ ਡੁਗਰੀ ਆਏ, ਤੇ ਉਦੋਂ ਤੱਕ ਮਾਮਾ ਥੋੜੇ ਜਿਹੇ ਤੁਰਨ ਫਿਰਨ ਜੋਗੇ, she was able to walk। ਤੇ ਗੁਰੂ ਜੀ ਨੂੰ ਉੱਥੇ ਜਾ ਕੇ ਜਦੋਂ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਆਪਣੇ ਬਚਨ ਕੀਤੇ ਕਿ ਪਟਾਕਾ ਪੈ ਜਾਣਾ ਸੀ ਮਾਮੀ ਦਾ, ਜਾਂ ਨਿਊ ਲਾਈਫ। ਸੋ ਗੁਰੂ ਮਹਾਰਾਜ ਨੇ ਮਾਮਾ ਨੂੰ 2 ਵਾਰੀ ਇੰਨੀਆਂ ਭੈੜੀਆਂ ਬਿਮਾਰੀਆਂ ਤੋਂ ਬਚਾਇਆ, ਤੇ ਪਰ ਮਾਮਾ ਨੂੰ ਨਾਲ ਇਹ ਵੀ ਕਿਹਾ ਕਿ ਸੈਰ ਕਰਿਆ ਕਰ ਮਾਮੀ। ਸੋ 2006 ਚ ਮਾਮਾ ਨੂੰ ਇਹ ਪ੍ਰੋਬਲਮ ਆਈ। ਉਸ ਤੋਂ ਬਾਅਦ 2019 ਚ in around August, September, ਮਾਮਾ ਨੂੰ ਇਸ ਚੀਜ਼ ਦੀ ਦੁਬਾਰਾ ਪ੍ਰੋਬਲਮ ਆਈ ਕਿ ਲੱਗ ਰਿਹਾ ਸੀਗਾ ਕਿ ਸਾਹ ਦੁਬਾਰਾ ਚੜਨ ਲੱਗ ਪਿਆ ਤੇ ਲੰਗਸ ਚ ਥੋੜਾ ਥੋੜਾ ਪਾਣੀ ਆ ਰਿਹਾ। ਅਰਦਾਸ ਤਾਂ ਗੁਰੂ ਜੀ ਕੋਲੇ ਹੀ ਹੈ, ਪਰ ਡਾਕਟਰਾਂ ਕੋਲੇ ਤਾਂ ਕਈ ਵਾਰੀ ਚੱਕਰ ਤੁਹਾਨੂੰ ਲਾਉਣੇ ਪੈਂਦੇ ਨੇ। ਤੇ ਡਾਕਟਰਸ ਕੋਲ ਸਾਰੇ ਟੈਸਟ ਵਗੈਰਾ ਕਰਾਏ, ਥੋੜਾ ਜਿਹਾ ਟ੍ਰੀਟਮੈਂਟ ਲਿਆ ਸਟੀਰੋਇਡਸ ਦਾ, ਜਦੋਂ which she recovered within a month from it, which is very unheard of। ਤੇ ਜਦੋਂ ਲਾਸਟ ਵਿਜ਼ਿਟ ਸੀ ਮਾਮਾ ਦੀ ਡਾਕਟਰ ਨਾਲ ਕਿ ਵੀ what is next, ਕਹਿੰਦਾ ਆਂਟੀ ਤੁਹਾਨੂੰ ਕੁਛ ਨਹੀਂ ਹੋਇਆ, ਤੁਸੀਂ ਬਸ ਸਿਰਫ ਸੈਰ ਕਰਿਆ ਕਰੋ। ਸੋ ਇਹ ਗੁਰੂ ਜੀ ਦੇ ਬਚਨ ਪੱਥਰ ਦੀ ਲਕੀਰ ਨੇ ਸੰਗਤ ਜੀ, ਉਹ ਕਦੇ ਵੀ ਇੱਧਰ ਉੱਧਰ ਹੋ ਹੀ ਨਹੀਂ ਸਕਦੇ। ਮੇਰੇ ਫਾਦਰ ਨੂੰ ਗੁਰੂ ਜੀ ਨੇ ਇੰਨੀ ਇੱਜ਼ਤ ਬਖਸ਼ੀ, ਇੰਨਾ ਪਿਆਰ, ਇੰਨੀ ਇੱਜ਼ਤ ਬਖਸ਼ੀ ਗੁਰੂ ਜੀ। ਅਸੀਂ ਬਹੁਤ ਨਿਮਾਣੇ ਆ, ਬਹੁਤ ਆਪਾਂ ਪਾਪ ਕੀਤੇ ਹੋਏ ਨੇ, ਬੜੇ ਆਪਾਂ ਕੁਕਰਮਾਂ ਦੇ ਭਰੇ ਹੋਏ ਆ, ਪਰ ਮਹਾਰਾਜ ਇੰਨੇ ਵੱਡੇ ਨੇ, ਉਹ ਬਖਸ਼ ਦਿੰਦੇ ਨੇ। ਗੁਰੂ ਜੀ ਨੇ ਕਰਨਾ ਤਾਂ ਆਪ ਹੀ ਹੁੰਦਾ ਸਾਰਾ ਕੁਛ, ਪਰ ਉਹ ਵਡਿਆਈ ਜਦੋਂ ਆਪਣੇ ਭਗਤਾਂ ਨੂੰ ਦਿੰਦੇ ਨੇ ਨਾ, ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਸੋ ਗੁਰੂ ਜੀ ਜਦੋਂ I'm going back into 90s, ਮੇਰੇ ਫਾਦਰ ਹੁਣ ਰਿਟਾਇਰਡ IPS ਆਫਿਸਰ ਨੇ, ਉਦੋਂ ਉਹਨਾਂ ਦੀ ਪੋਸਟਿੰਗ ਸੀਗੀ ਸੰਗਰੂਰ ਡਿਸਟ੍ਰਿਕਟ
ਜਿਸ ਡਿਸਟ੍ਰਿਕਟ 'ਚ ਗੁਰੂ ਜੀ ਦਾ ਪਿੰਡ ਡੁਗਰੀ ਪੈਂਦਾ, ਉਹ ਵੀ ਤਾਂ ਗੁਰੂ ਜੀ ਦੀਆਂ ਹੀ ਮਰਜ਼ੀਆਂ ਨੇ, ਕਿਹਨੇ ਕਿੱਥੇ ਪੋਸਟਡ ਹੋਣਾ, ਕਿਹਨੇ ਕੀ ਕੰਮ ਕਰਨੇ ਨੇ। ਹੀ ਇਜ਼ ਦ ਵਨ ਹੂ ਇਜ਼ ਡਿਸਾਈਡਿੰਗ ਇਟ ਆਲ। ਸੋ ਪਾਪਾ ਨੂੰ ਗੁਰੂ ਜੀ ਨੇ ਬੁਲਾਇਆ ਕਿ ਹਰਿੰਦਰ, ਗੁਰੂ ਜੀ ਪਿੰਡ 'ਚ ਉਦੋਂ ਹਸਪੀਟਲ ਬਣਾਉਣਾ ਚਾਹੁੰਦੇ ਸੀ ਤੇ ਪਿੰਡ ਵਾਲੇ ਲੋਕ ਜ਼ਮੀਨ ਦੇਣ ਲਈ ਰਾਜੀ ਨਹੀਂ ਸੀਗੇ। ਇਹ ਸਿਰਫ ਗੁਰੂ ਜੀ ਦੀਆਂ ਕਰਨੀਆਂ ਨੇ, ਕੋਈ ਕੁਝ ਨਹੀਂ ਕਰ ਸਕਦਾ, ਉਹਨਾਂ ਦੀ ਮਰਜ਼ੀ ਹੈ ਉਹ ਕਿਵੇਂ ਉਹਨਾਂ ਨੇ ਕਰਾਉਣਾ ਸੀ। ਕਿ ਪਾਪਾ ਨੂੰ ਫਿਰ ਉਹਨਾਂ ਨੇ ਪੰਚਾਇਤ ਬੁਲਾਈ, ਆਪਣੇ ਸਾਰਾ ਕੁਝ ਉਹ ਜ਼ਮੀਨ ਤੇ ਫਾਈਨਲੀ ਐਵਰੀਬਡੀ ਐਗਰੀਡ ਟੂ ਕਿ ਹਸਪੀਟਲ ਬਣੇ ਉੱਥੇ ਹੁਣ ਇੰਨਾ ਵੱਡਾ ਹਸਪੀਟਲ ਬਣਿਆ ਹੈ, ਇਲਾਜ ਹੁੰਦਾ ਹੈ ਉੱਥੇ, ਤੇ ਹੁਣ ਨਰਸਿੰਗ ਸਕੂਲ ਵੀ ਕੋਈ ਬਣਿਆ ਉੱਥੇ। ਸ਼ੁਕਰਾਨਾ ਗੁਰੂ ਜੀ। ਤੇ ਗੁਰੂ ਜੀ ਦੀ ਮਿਹਰ ਇੰਨੀ ਸੀ ਕਿ ਪਾਪਾ ਨੂੰ ਮੋਸਟ ਓਨੈਸਟ ਪੁਲਿਸ ਆਫੀਸਰ ਦਾ ਅਵਾਰਡ ਮਿਲਿਆ from the government of India। and ਗੁਰੂ ਜੀ ਕੋਲ ਜਦੋਂ ਪਤਾ ਹੀ ਆਪਾਂ ਨੂੰ ਸਾਰੇ VIPs ਉੱਥੇ ਬੈਠੇ ਹੋਏ, ਮਤਲਬ ਕਿ ਤੁਹਾਨੂੰ ਜਾਣ ਸਾਰ ਪਤਾ ਚੱਲ ਜਾਂਦਾ ਸੀ ਵੀ ਵਾਓ ਕੌਣ ਕੌਣ ਬੈਠਾ ਇੱਥੇ। ਪਾਪਾ ਨੂੰ ਗੁਰੂ ਜੀ ਨੇ ਆਪਣੇ ਕੋਲੇ, ਦਿੱਲੀ ਦੀ ਗੱਲ ਹੈ, ਸਭ ਬੁਲਾ ਲਿਆ ਆਪਣੇ ਕੋਲੇ ਤੇ ਉੱਥੇ some high personalities were sitting ਤੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਇਹਨੂੰ ਜਾਣਦੇ ਹੋ, ਇਹ ਕੌਣ ਹੈ? He was pointing to ਪਾਪਾ। ਤੇ ਜਾਣਦਾ ਕੌਣ ਕਿਹਨੂੰ ਹੁੰਦਾ ਜੀ, ਇਹ ਤਾਂ ਗੁਰੂ ਜੀ ਦੇ ਬਲੈਸਿੰਗ ਕਰਨ ਦੇ ਤਰੀਕੇ ਹੁੰਦੇ ਨੇ। ਗੁਰੂ ਜੀ ਕਹਿੰਦੇ ਇਹ ਪੰਜਾਬ ਦਾ ਨਹੀਂ, ਇਹ ਪੂਰੇ ਇੰਡੀਆ ਦਾ SSP ਹੈ ਔਰ ਹਮੇਸ਼ਾ ਰਹੂਗਾ। ਔਰ ਗੁਰੂ ਜੀ ਦੀ ਅੱਜ ਇੰਨੀ ਮਿਹਰ ਹੈ, ਪਾਪਾ ਇਜ਼ ਰਿਟਾਇਰਡ ਪਰ ਹੀ ਇਜ਼ ਰਨਿੰਗ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ, ਔਰ ਕਿਤੇ ਵੀ ਪਾਪਾ ਜਾਂਦੇ ਨੇ ਬਹੁਤ ਇੱਜ਼ਤ ਮਿਲਦੀ ਹੈ ਉਹਨਾਂ ਨੂੰ। ਇਹ ਸਿਰਫ ਔਰ ਸਿਰਫ ਗੁਰੂ ਜੀ ਦੀ ਮਿਹਰ ਹੈ। ਸ਼ੁਕਰਾਨਾ ਮੇਰੇ ਮਹਾਰਾਜ। ਪੇਰੈਂਟਸ ਦੀ ਸਿਹਤ, ਪੇਰੈਂਟਸ ਦੀਆਂ ਬਲੇਸਿੰਗਸ ਬੱਚਿਆਂ ਨੂੰ ਮਿਲਦੀਆਂ ਰਹਿਣ। ਗੁਰੂ ਜੀ ਇਹ ਵੀ ਤੁਹਾਡੀ ਬਲੇਸਿੰਗ ਹੈ। ਮੇਰਾ ਬ੍ਰਦਰ ਮੇਰੇ ਤੋਂ 2 ਸਾਲ ਛੋਟਾ ਹੈ। ਉਹਦੇ ਮਨ 'ਚ ਹਮੇਸ਼ਾ ਸਵਾਲ ਹੁੰਦੇ ਸੀਗੇ ਕਿ ਗੁਰੂ ਜੀ ਆਏ ਕਿਵੇਂ। ਫਿਰ questions a 16-year-old can have। ਪਰ ਗੁਰੂ ਜੀ ਨੇ ਇੰਨੀ ਉਹਦੇ ਤੇ ਵੀ ਮਿਹਰ ਕੀਤੀ। ਜਲੰਧਰ ਦੀ ਗੱਲ ਹੈ, ਇੱਕ ਦਿਨ ਉਹਨੂੰ ਕਹਿੰਦੇ ਆ ਜਾ ਤੈਨੂੰ ਦਿਖਾਵਾਂ। So he took him inside his room ਔਰ ਉਹ ਬੱਚੇ ਨੂੰ ਗੁਰੂ ਜੀ ਨੇ ਆਪਣੇ 10 ਦਵਾਰਾਂ ਦੇ ਦਰਸ਼ਨ ਕਰਾਏ ਔਰ ਹਰ ਦਵਾਰ ਚੋਂ ਗੁਰੂ ਜੀ ਦੀ ਡਿਫਰੈਂਟ ਖੁਸ਼ਬੂ ਉਹ ਬੱਚੇ ਨੂੰ ਨਸੀਬ ਹੋਈ। ਕਿੰਨੀ ਉਹਦੀ ਵੱਡੀ ਕਿਸਮਤ ਹੈ ਜੋ ਕਿ ਸਾਨੂੰ ਕਿਸੇ ਨੂੰ ਵੀ ਨਹੀਂ ਇਹ ਚੀਜ਼ ਨਸੀਬ ਹੋਈ। ਸ਼ੁਕਰਾਨਾ ਗੁਰੂ ਜੀ। ਮੈਨੂੰ ਲੱਗਦਾ ਹੈ ਕਿ ਮੇਰੇ ਮਦਰ ਨੂੰ 2 ਵਾਰੀ ਗੁਰੂ ਜੀ ਨੇ ਡਿਵਾਈਨ ਪ੍ਰਸ਼ਾਦ ਦਿੱਤਾ, ਦੋਨੋਂ ਵਾਰੀ ਜਲੰਧਰ 'ਚ। ਇੱਕ ਵਾਰੀ ਗੁਰੂ ਜੀ ਨੇ ਮੇਰੇ ਛੋਟੇ ਭੂਆ ਜੀ ਨੂੰ ਡਿਵਾਈਨ ਪ੍ਰਸ਼ਾਦ ਦਿੱਤਾ, ਪਰ ਉਹ ਦੋਨੋਂ ਪ੍ਰਸ਼ਾਦ ਸੀਗੇ, ਤਿੰਨੋਂ ਵਾਰੀ ਪ੍ਰਸ਼ਾਦ was ਲੱਡੂ ਪ੍ਰਸ਼ਾਦ, ਜਿਹੜਾ ਕਿ ਉੱਥੇ ਵੰਡਿਆ ਤੇ ਦਿੱਤਾ ਤੇ ਸਾਰਾ ਫਿਨਿਸ਼ ਹੋ ਗਿਆ। ਪਰ ਮੇਰੇ ਵੱਡੇ ਭੂਆ ਜੀ ਨੂੰ ਗੁਰੂ ਜੀ ਨੇ ਉਹ ਡਿਵਾਈਨ ਪ੍ਰਸ਼ਾਦ ਦਿੱਤਾ ਜਿਹੜਾ ਕਿ ਪੂਜਾ ਮਿਸ਼ਰੀ 'ਚ ਉੱਤੇ ਹਲਵਾ ਤੇ ਸਾਰਾ ਬਹੁਤ ਵੱਡਾ ਪ੍ਰਸ਼ਾਦ ਆਇਆ ਸੀ। ਉਹ ਵਾਲਾ ਪ੍ਰਸ਼ਾਦ ਦਿੱਤਾ ਤੇ ਉਹਨਾਂ ਨੇ ਕਿਹਾ ਸੀ ਕਿ ਭੈਣ ਜੀ ਇਹ ਵੰਡ ਦੋ ਤੇ ਇਹਨੂੰ ਤੁਸੀਂ ਜਿੱਥੇ ਵੀ ਰੱਖੋਗੇ ਕਦੇ ਖਤਮ ਨਹੀਂ ਹੋਊਗਾ। ਤੇ ਉਹ ਅੱਜ ਵੀ ਭੂਆ ਜੀ ਕੋਲੇ ਉਹ ਹੈਗਾ। ਮੇਰੇ ਭੂਆ ਜੀ ਹੁਣ ਗੁਰੂ ਜੀ ਦੇ ਚਰਨਾਂ 'ਚ ਚਲੇ ਗਏ ਨੇ 2008, ਪਰ ਉਹ ਪ੍ਰਸ਼ਾਦ ਹਲੇ ਵੀ ਉਹਨਾਂ ਦੇ ਬੇਟੇ ਕੋਲ ਹੈਗਾ। ਥੈਂਕ ਯੂ ਗੁਰੂ ਜੀ, ਆਪਣੀਆਂ ਇੰਨੀਆਂ ਬਲੇਸਿੰਗਸ ਕੀਤੀਆਂ। ਫਿਰ ਜੀ ਆਉਣ ਜਾਣ ਦਾ ਸਿਲਸਿਲਾ ਗੁਰੂ ਜੀ ਨਾਲ ਜਲੰਧਰ ਵੀ ਤੇ ਆਪਣੇ ਪੰਚਕੂਲੇ ਤੇ ਦਿੱਲੀ। ਮੈਂ ਉਦੋਂ ਉਸ ਟਾਈਮ ਗੁਰੂ ਜੀ ਮੇਰੀ ਐਡਮਿਸ਼ਨ ਹੋਣ ਤੋਂ ਪਹਿਲਾਂ ਹੀ ਮੈਨੂੰ ਡਾਕਟਰ ਸਾਹਿਬ ਕਹਿਣ ਲੱਗ ਪਏ ਸੀ, ਮਤਲਬ ਇੱਕ ਡੈਂਟਲ ਸਟੂਡੈਂਟ ਨੂੰ ਤੁਹਾਨੂੰ ਰੱਬ ਆਪ ਡਾਕਟਰ ਸਾਹਿਬ ਕਹਿ ਰਹੇ। ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਹੁੰਦੀ ਸੀ ਕਿ ਮੈਂ ਗੁਰੂ ਜੀ ਕਿਸ ਜੋਗੀ ਹਾਂ। ਪਰ ਗੁਰੂ ਜੀ ਨੇ ਇੰਨਾ ਪਤਾ, ਇਹ ਨਾ ਸਿਰਫ ਤੁਸੀਂ ਪਿਆਰ ਸਿਰਫ ਮਹਿਸੂਸ ਕੀਤਾ ਜਾ ਸਕਦਾ। ਬਹੁਤ ਪਿਆਰ ਕਰਦੇ ਸੀ ਗੁਰੂ ਜੀ। ਜਦੋਂ ਵੀ ਸਾਡੀ ਫੈਮਿਲੀ ਮੌਕਾ ਮਿਲਦਾ ਸੀ ਦਿੱਲੀ ਜਾਂਦੇ ਸੀ ਤਾਂ ਗੁਰੂ ਜੀ ਨਾ ਦੂਰੋਂ ਬੁਲਾ ਕੇ ਆਪਣੇ ਨਾਲ ਬਿਠਾ ਲੈਂਦੇ ਸੀ
ਕਦੇ ਆਪਣੇ ਚਰਨ ਦੇ ਦੇਣੇ, ਕਦੇ ਆਪਣਾ ਹੱਥ ਦੇ ਦੇਣਾ। ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਸਿਰ ਚੱਕ ਕੇ ਗੁਰੂ ਜੀ ਵੱਲ ਦੇਖੀਏ। ਨਾ ਗੁਰੂ ਜੀ ਨੇ ਕੋਈ ਗੱਲ ਕੀਤੀ, ਨਾ ਮੈਂ ਕਦੇ ਗੁਰੂ ਜੀ ਨਾਲ ਕੋਈ ਗੱਲ ਕੀਤੀ। ਕਦੇ ਵਿੱਚੋਂ ਵਿੱਚੋਂ ਜਿਵੇਂ ਮੈਨੂੰ ਕਹਿੰਦੇ ਸੀ ਤੂੰ ਪਹਿਲੀ ਪੌੜੀ ਦਾ ਪਾਠ ਕਰਿਆ ਕਰ, ਫਿਰ ਇੱਕ ਵਾਰੀ ਮੈਨੂੰ ਕਿਹਾ ਤੂੰ ਤੂੰ ਪਾਣੀ ਪੀਆ ਕਰ। ਮੇਰੇ ਚ ਇੰਨੀ ਵੀ ਹਿੰਮਤ ਨਹੀਂ ਸੀ ਕਿ ਗੁਰੂ ਜੀ ਨੂੰ ਪੁੱਛਾਂ ਕਿ ਗੁਰੂ ਜੀ ਮੈਂ ਪਾਣੀ ਤਾਂ ਪੀਨੀ ਆ, ਪਰ ਕਿੰਨਾ ਪਾਣੀ ਪੀਆ ਕਰਾਂ। ਮੇਰੇ ਭੂਆ ਜੀ ਕੋਲੇ ਬੈਠੇ ਸੀ, ਉਹਨਾਂ ਨੇ ਪੁੱਛਿਆ ਕਿ ਗੁਰੂ ਜੀ ਪਾਣੀ? ਕਹਿੰਦੇ ਹਾਂ 8-10 ਗਲਾਸ ਪਾਣੀ ਦੇ ਪੀਆ ਕਰ। ਗੁਰੂ ਜੀ ਨੇ ਮੇਰਾ ਵਿਆਹ ਕਰਵਾਇਆ। ਗੁਰੂ ਜੀ ਮੇਰੇ ਵਿਆਹ ਤੇ ਆਪ ਆਏ। ਬਹੁਤ ਬਹੁਤ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੀ ਹਾਂ। ਸੋ ਮੇਰੇ ਹਸਬੈਂਡ, ਅਸੀਂ ਇਕੱਠੇ ਉੱਥੇ ਫਰੀਦਕੋਟ ਪੜ੍ਹਦੇ ਸੀਗੇ, and he got immigrated to US during his education। ਤੇ ਗੁਰੂ ਜੀ ਨਾਲ ਜਦੋਂ ਵਿਆਹ ਦੀ ਗੱਲ ਹੋਈ ਤਾਂ ਗੁਰੂ ਜੀ ਬਹੁਤ ਰਿਸ਼ਤੇ ਦੱਸਦੇ ਹੁੰਦੇ ਸੀ, ਇੱਥੇ ਕਰ ਦੋ, ਉੱਥੇ ਕਰ ਦੋ। ਗੁਰੂ ਜੀ ਕਈ ਵਾਰੀ ਗੱਲ ਕਹਿ ਕੇ ਫਿਰ ਅਗਲੀ ਵਾਰੀ ਆਪ ਹੀ ਕਹਿੰਦੇ ਸੀ ਨਹੀਂ ਉੱਥੇ ਰਹਿਣ ਦੋ। ਇਹ ਗੁਰੂ ਜੀ ਉਹੀ ਜਾਣਦੇ ਨੇ ਕਿ ਉਹ ਕਿਵੇਂ ਗੱਲਾਂ ਕਰਦੇ ਸੀਗੇ। ਫਿਰ ਜਦੋਂ ਉਹਨਾਂ ਨਾਲ ਅਮਨ ਦੀ ਗੱਲ ਕੀਤੀ ਤਾਂ ਗੁਰੂ ਜੀ ਕਹਿੰਦੇ, ਮੈਂ ਸੰਗਤ ਜੀ ਬਹੁਤ ਪਾਠ ਕਰਦੀ ਸੀਗੀ, ਬਚਪਨ ਤੋਂ 4th-5th ਗ੍ਰੇਡ ਤੋਂ ਮੈਂ ਸੁਖਮਨੀ ਸਾਹਿਬ ਦਾ ਪਾਠ ਲਗਾਤਾਰ ਕਰਦੀ ਸੀਗੀ, ਜਿੰਨਾ ਵੀ ਹੋ ਸਕਦਾ ਸੀ। ਤੇ ਬਾਈ ਦਾ ਟਾਈਮ ਮੈਂ ਗੁਰੂ ਜੀ ਨੂੰ ਮਿਲੀ ਹਾਂ, ਉਸ ਟਾਈਮ ਮੈਂ 3 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰ ਲੈਂਦੀ ਸੀ। ਤੇ ਫਿਰ ਜਦੋਂ ਗੁਰੂ ਜੀ ਨੂੰ ਮਿਲੇ, ਪਤਾ ਚੱਲਿਆ, ਸੰਗਤ ਤੋਂ ਹੀ ਪਤਾ ਚੱਲਿਆ ਕਿ ਗੁਰੂ ਜੀ ਕਹਿੰਦੇ ਹੁੰਦੇ ਨੇ ਸ਼ਿਵ ਪੁਰਾਣ ਦਾ ਪਾਠ ਕਰੋ, ਮੈਂ ਉਹ ਵੀ ਸ਼ੁਰੂ ਕਰਤਾ। ਤਾਂ ਫਿਰ ਜਦੋਂ ਗੁਰੂ ਜੀ ਨਾਲ ਅਮਨ ਬਾਰੇ ਗੱਲ ਕੀਤੀ ਤਾਂ ਗੁਰੂ ਜੀ ਨੇ ਮੈਨੂੰ ਪਹਿਲੀ ਮੇਰੇ ਵੱਲ ਦੇਖ ਕੇ ਕਿਹਾ ਕਿ ਡਾਕਟਰ ਸਾਹਿਬ ਉੱਥੇ ਪਾਠ ਕਰਨ ਦਾ ਟਾਈਮ ਨਹੀਂ ਹੋਣਾ। ਮੇਰੇ ਚ ਤਾਂ ਹਿੰਮਤ ਹੀ ਨਹੀਂ ਸੀ ਹੁੰਦੀ, ਮੈਂ ਸਿਰਫ ਸਿਰ ਨੀਚੇ ਕਰ ਲਿਆ, ਗੁਰੂ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਡਿਸਾਈਡ ਕਰ ਦਿਓ। ਗੁਰੂ ਜੀ ਨੇ ਫਿਰ ਥੋੜੇ ਮਹੀਨਿਆਂ ਬਾਅਦ, ਜੁਲਾਈ ਦਾ ਮਹੀਨਾ ਸੀਗਾ in the year 2000, ਗੁਰੂ ਜੀ ਨੇ ਪਾਪਾ ਨੂੰ ਬੁਲਾਇਆ ਕਿ ਚਹਿਲ ਸਾਹਿਬ ਬੇਟੀ ਦਾ ਵਿਆਹ ਕਰ ਦੋ, ਬਾਹਰ ਜਾ ਕੇ ਹੀ ਕਰਿਓ। ਤੇ ਪਾਪਾ ਕਹਿੰਦੇ ਵੀ ਗੁਰੂ ਜੀ ਕਿਹੜੀ ਤਰੀਕ ਨੂੰ ਕਰੀਏ? ਕਹਿੰਦੇ 2 ਨਵੰਬਰ ਜਾਂ 7 ਦਸੰਬਰ। ਗੁਰੂ ਜੀ ਨੇ 2 ਡੇਟਸ ਦਿੱਤੀਆਂ। ਉਹਨਾਂ ਦੀ ਕੋਈ ਇਹਦੇ ਚ ਲੀਲਾ ਹੋਣੀ ਹੈ ਕਿ 2 ਡੇਟਸ ਪਹਿਲਾਂ ਹੀ 2 ਡੇਟਸ ਦਿੱਤੀਆਂ। ਸਾਨੂੰ ਘਰੇ ਆ ਕੇ ਫੈਮਿਲੀ ਨੇ ਡਿਸਕਸ ਕੀਤਾ ਕਿ ਵੀ 2 ਨਵੰਬਰ ਅਮਰੀਕਾ ਜਾ ਕੇ ਵਿਆਹ ਕਰਨਾ ਤਾਂ ਇਟ ਇਜ਼ ਟੂ ਕਲੋਜ਼, ਵੀ 7th December ਇਜ਼ ਓਕੇ। ਤਾਂ ਮੇਰੇ ਹਸਬੈਂਡ ਨੇ ਵੀ ਕਿਹਾ ਵੀ December 7th ਇਜ਼ ਪਰਲ ਹਾਰਬਰ ਡੇ ਇਨ USA, ਇਸ ਦਿਨ ਇੱਥੇ ਕੋਈ ਵਿਆਹ ਨਹੀਂ ਕਰਾਉਂਦਾ। ਮੇਰਾ ਇੱਕੋ ਹੀ ਜਵਾਬ ਸੀ ਕਿ ਜੇ ਮੇਰੇ ਨਾਲ ਵਿਆਹ ਕਰਾਉਣਾ ਤਾਂ ਇਸੇ ਦਿਨ ਹੋਊਗਾ, ਨਹੀਂ ਹੋਣਾ ਹੈਗਾ। So it happened on December 7th। ਪਰ since ਗੁਰੂ ਜੀ ਦੇ ਮੂੰਹ ਚੋਂ November 2nd ਕੱਢਿਆ ਸੀਗਾ ਤਾਂ ਮੇਰੇ ਮਨ ਚ ਬਹੁਤ ਸੀਗਾ ਕਿ ਪਾਪਾ ਇਹ ਹੋ ਸਕਦਾ ਕਿ ਆਪਾਂ ਗੁਰੂ ਜੀ ਨੂੰ ਉਸ ਦਿਨ ਆਪਾਂ ਪਟਿਆਲੇ ਇਨਵਾਈਟ ਕਰ ਲਈਏ। ਮਤਲਬ ਕਿ ਮੈਂ ਕੌਣ ਆ ਜੀ, ਮੈਂ ਕੁਛ ਵੀ ਨਹੀਂ ਸੀ, ਹੁਣ ਵੀ ਨਹੀਂ ਹੈਗੀ, ਕੁਛ ਵੀ ਨਹੀਂ ਹੈਗੀ। ਪਰ ਇੱਕ ਗੁਰੂ ਜੀ ਨੇ ਆਪਣੇ ਭਗਤ ਦੀ ਇੰਨੀ ਮਨ ਦੀ ਇੱਛਾ ਪੂਰੀ ਕੀਤੀ। ਮੈਂ ਤਾਂ ਗੁਰੂ ਜੀ ਨਾਲ ਗੱਲ ਕਰ ਹੀ ਨਹੀਂ ਸੀ ਸਕਦੀ, ਮੈਂ ਸਿਰਫ ਪਾਪਾ ਨੂੰ ਕਿਹਾ। ਤੇ ਫੈਮਿਲੀ ਨੇ, ਜਿਵੇਂ ਆਪਣੇ ਪੰਜਾਬ ਚ ਵਿਆਹ ਤੋਂ ਪਹਿਲਾਂ ਅਖੰਡ ਪਾਠ ਕਰਾਉਂਦੇ ਨੇ, ਤਾਂ ਕਿਉਂਕਿ ਵਿਆਹ ਉੱਥੇ ਨਹੀਂ ਹੋਣਾ ਸੀ ਤਾਂ ਸੋਚਿਆ ਕਿ ਉੱਥੇ ਸੰਗੀਤ ਤੇ ਪ੍ਰੀ ਵੈਡਿੰਗ ਇੱਕ ਸੰਗੀਤ ਕਰ ਲੈਂਦੇ ਆ ਤੇ ਅਖੰਡ ਪਾਠ ਸਾਹਿਬ ਦਾ ਭੋਗ। ਤਾਂ ਮਨ ਚ ਆਇਆ ਕਿ ਗੁਰੂ ਜੀ ਨੂੰ ਬੁਲਾਈਏ। ਤਾਂ ਗੁਰੂ ਜੀ ਕਹਿੰਦੇ ਕਿ ਗੁਰੂ ਜੀ ਉਦੋਂ ਹੀ ਅਗਰੀ ਕਰ ਗਏ, ਕਹਿੰਦੇ ਹਾਂ ਮੈਂ ਆਊਂਗਾ, ਮੈਂ ਸਾਰੀ ਸੰਗਤ ਲੈ ਕੇ ਆਊਂਗਾ। ਤਾਂ ਸੰਗਤ ਜੀ 1 ਨਵੰਬਰ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ 2 ਨਵੰਬਰ ਨੂੰ ਇੱਕ ਪ੍ਰੀ ਵੈਡਿੰਗ ਟਾਈਪ ਪਾਰਟੀ ਰੱਖੀ ਤੇ ਗੁਰੂ ਜੀ ਨੂੰ ਇਨਵਾਈਟ ਕੀਤਾ। ਉਦੋਂ ਸਤਸੰਗ ਨਹੀਂ ਸੀ ਹੁੰਦੇ, ਮੈਂ 2000 ਦੀ ਗੱਲ ਕਰ ਰਹੀ ਹਾਂ। ਤੇ ਗੁਰੂ ਜੀ ਦਿੱਲੀ ਤੋਂ 400-500 ਸੰਗਤ ਲੈ ਕੇ ਆਏ। ਆਮ ਸ਼ੋਰ ਕਿ ਬਹੁਤ ਸੰਗਤ ਇਸ ਟਾਈਮ ਜੋ ਸੁਣ ਰਹੀ ਹੈ ਮੇ ਬੀ ਉਹ ਟਾਈਮ ਯਾਦ ਕਰ ਸਕਣ ਕਿ ਉਹ ਵੀ ਆਏ ਹੋਣ ਉੱਥੇ ਪਟਿਆਲੇ। ਬਹੁਤ ਸੋਹਣਾ ਫੰਕਸ਼ਨ ਹੋਇਆ। ਗੁਰੂ ਜੀ
ਸਵੇਰੇ 3 ਵਜੇ ਤੱਕ ਉੱਥੇ ਬੈਠੇ ਰਹੇ, ਡਾਂਸ ਵੀ ਹੋਇਆ, ਬਹੁਤ ਖੁਸ਼ ਸੀਗੇ ਗੁਰੂ ਜੀ। ਐਂ ਲੱਗ ਰਿਹਾ ਸੀ ਗੁਰੂ ਜੀ ਆਪਣੇ ਪਰਿਵਾਰ ਚ ਆਏ ਨੇ। ਪਰ ਮੈਂ ਆਪਣੇ ਮਨ ਦੀ ਫੀਲਿੰਗ ਦੱਸਾਂ ਕਿ ਮੇਰੇ ਇਨ-ਲॉज ਦੀ ਫੈਮਿਲੀ ਚ ਉੱਥੇ ਕੋਈ ਵੀ ਨਹੀਂ ਸੀਗਾ ਜੀ। ਉਹ ਸਾਰੇ they were in US and they had immigration problems. They could not, nobody could come. ਤਾਂ ਜਦੋਂ ਗੁਰੂ ਜੀ ਆਏ ਸੀ ਤਾਂ ਮੇਰੇ ਮਨ ਚ, ਮੈਂ ਗੱਲ ਉਦੋਂ ਕਿਸੇ ਨਾਲ ਸ਼ੇਅਰ ਨਹੀਂ ਸੀ ਕੀਤੀ, ਮੈਨੂੰ ਐ ਲੱਗਿਆ ਸੀ ਮੇਰੀ ਬਰਾਤ ਆ ਗਈ। ਇੰਨੀ ਖੁਸ਼ੀ ਮੈਨੂੰ ਹੋਈ ਸੀ। ਬਹੁਤ ਸ਼ੁਕਰਾਨਾ ਗੁਰੂ ਜੀ, ਇੰਨਾ ਪਿਆਰ ਬਖਸ਼ਣ ਦਾ। ਉਸ ਤੋਂ ਬਾਅਦ ਜਦੋਂ ਜਾਣ ਦਾ ਟਾਈਮ ਆਇਆ US, ਤਾਂ ਆਦਤ ਸੀਗੀ ਫੈਮਿਲੀ ਦੀ, ਸਾਰੇ ਫੈਮਿਲੀ ਜਿੰਨੀ ਵੀ ਆਪਣੀ ਇਮੀਡੀਏਟ ਫੈਮਿਲੀ, ਐਕਸਟੈਂਡਡ ਫੈਮਿਲੀ, ਸਭ ਦੀ ਆਦਤ ਹੈ ਕਿ ਕਿਤੇ ਵੀ ਹੁਣ ਵੀ ਜੇ ਕਿਤੇ ਜਾਣਾ ਆਉਣਾ, 에ਅਰਪੋਰਟ ਤੋਂ ਫਲਾਈਟ ਲੈਣੀ ਹੈ ਜਾਂ ਵਾਪਸ ਆਏ ਹੋ, ਪਹਿਲਾਂ ਵੱਡੇ ਮੰਦਿਰ ਜਾਂ ਉਦੋਂ ਆਏ ਹੁੰਦਾ ਸੀ ਗੁਰੂ ਜੀ ਜਿੱਥੇ ਵੀ ਹੈਗੇ ਨੇ ਐਮਪਾਇਰ ਸਟੇਟ ਨੇ, ਤਾਂ ਉੱਥੇ ਜਾ ਕੇ ਮਿਲੀਦਾ ਸੀ। ਜਿਸ ਦਿਨ ਮੇਰੀ ਫਲਾਈਟ ਸੀਗੀ, ਇਟ ਵਾਸ November 29th of 2000, ਤਾਂ ਗੁਰੂ ਜੀ ਕੋਲ ਗਏ। ਗੁਰੂ ਜੀ ਨੇ ਗ੍ਰੀਨ ਚੋਲਾ ਪਾਇਆ ਸੀ ਉਸ ਦਿਨ, ਤੇ ਗੁਰੂ ਜੀ ਛੁੱਟੀ ਨਾ ਦੇਣ, ਗੁਰੂ ਜੀ ਆਗਿਆ ਹੀ ਨਾ ਦੇਣ, ਤੇ ਅਚਾਨਕ ਜਦੋਂ ਮੇਰੇ ਪਾਪਾ ਨੇ ਕਿਹਾ ਕਿ ਗੁਰੂ ਜੀ ਫਲਾਈਟ ਦਾ ਟਾਈਮ ਹੋ ਰਿਹਾ, ਤੇ ਗੁਰੂ ਜੀ ਮੇਰੇ ਵੱਲ ਦੇਖ ਕੇ ਕਹਿੰਦੇ ਜਾਣਾ। ਮੈਂ ਕੀ ਕਹਿ ਸਕਦੀ ਸੀ, ਮੇਰਾ ਫੇਰ ਸਿਰ ਨੀਚੇ। ਗੁਰੂ ਜੀ ਇੱਕਦਮ ਆਪਣੀ ਸੀਟ ਤੋਂ ਖੜੇ ਹੋਏ ਔਰ ਮੈਨੂੰ ਘੁੱਟ ਕੇ ਜੱਫੀ ਪਾਈ ਗੁਰੂ ਜੀ ਨੇ। ਔਰ ਮੇਰੇ ਵੱਲ ਦੇਖ ਕੇ ਕਹਿੰਦੇ with his index finger, ਕਹਿੰਦੇ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ, ਮੈਂ ਹਮੇਸ਼ਾ ਤੇਰੇ ਨਾਲ। ਆਪਣੇ ਸਰਟੀਫਿਕੇਟ ਸੰਭਾਲ ਕੇ ਰੱਖੀ। ਆਹ ਦੋ ਚੀਜ਼ਾਂ ਮੈਨੂੰ ਗੁਰੂ ਜੀ ਨੇ ਕਹੀਆਂ ਔਰ ਮੈਂ ਗੁਰੂ ਜੀ ਦੇ ਪੈਰਾਂ 'ਚ ਡਿੱਗ ਪਈ। ਸੰਗਤ ਜੀ, ਉਹ ਵਰਡਸ ਗੁਰੂ ਜੀ ਸਾਰੀ ਸੰਗਤ ਦੇ ਨਾਲ ਨੇ। He is always with each one of us. ਪਰ ਮੇਰੇ ਵਰਗੇ ਕਮਲੇ ਨੂੰ ਸ਼ਾਇਦ ਉਹ ਵਰਡਸ ਦੀ ਲੋੜ ਸੀਗੀ, ਤਾਂ ਉਹਨਾਂ ਨੇ ਮੈਨੂੰ ਪਰਸਨਲੀ ਕਹੇ ਉਹ ਚੀਜ਼। ਪਰ ਲਾਈਫ ਦੇ ਉਤਰਾਅ ਚੜਾਅ 'ਚ ਹਮੇਸ਼ਾ ਉਹ ਵਰਡਸ ਯਾਦ ਰਹੇ ਨੇ। ਹਮੇਸ਼ਾ ਉਹਨਾਂ ਸ਼ਬਦਾਂ ਨੇ ਮੈਨੂੰ ਚੜ੍ਹਦੀ ਕਲਾ ਬਖਸ਼ੀ ਹੈ। ਇੱਥੇ ਆ ਕੇ US में आके गुरु जी दी मेहर नाल अपने एग्जाम्स क्लियर कीते। आई एम अ प्रैक्टिसिंग डेंटिस्ट इन कैलिफोर्निया। गुरु जी हैज गाइडेड मी एवरी स्टेप ऑफ द वे। एक बारी गुरु जी ने मेरे नाल दैट वाज माय लास्ट मीटिंग विद गुरु जी इन हिज फिजिकल फॉर्म। उस तो बाद ड्रीम्स च आउंदे ने, अखां बंद कर दियां तां मिलदे ने, पर फिजिकल फॉर्म च November 29, 2000 was my last meeting with him। फिर US जाके लाइफ है, लाइफ शुरू होंदी है, उतरा चढ़ा हर एक दी जिंदगी च आउंदे ने, पर गुरु महाराज हमेशा नाल खड़े ने और हमेशा उन्होंने अपनी प्रेजेंस मैनू शो कीती है किसी भी फॉर्म च, किसी भी। माय हार्ट कैन टेल कि भी गुरु जी इज हियर, ही इज विद मी। सो ब्याह तो बाद फिर चलो इमिग्रेशन प्रॉब्लम्स, वो भी गुरु जी ने अचानक वन फाइन डे मेरा ग्रीन कार्ड अप्लाई होया सीगा, पर इट वाज मैनी इयर्स वो आ ही नहीं सी रहा। एंड वन फाइन डे कोई जिवें हुंदा नहीं कि कोई फिंगरप्रिंटिंग दी लेटर आवे या थोड़ी कोई आ जाए कि हाँ जी इट्स बीइंग प्रोसेस्ड, मेरा ऐ जा कुछ नहीं होया जी। वन फाइन डे ग्रीन कार्ड वाज एट माय हाउस। एंड फिर बच्चों दी प्रॉब्लम्स, मेरे आई हैड 3 miscarriages before I had my daughter। और उदों गुरु जी हुंदे सी तां मैं मामा नूं फोन करना, मामा गुरु जी नाल गल करो, ये की हो रहा। ते गुरु जी ने ना सिर्फ, अगर गुरु जी दा एक्शन याद करां तां खब्बे हत्थ नाल गुरु जी ऐ हत्थ जा करके कहंदे सी, की होया? कुछ नहीं होया डॉक्टर साहब नूं, ऐवें मारी जांदे डॉक्टर। बस इन्ना ही कहण दी उन्हां दी ओह गल हुंदी है। गल सिर्फ टाइमिंग दी हुंदी है गुरु जी दी दुनिया च, जो मैं अज तक महसूस करदी हां कि उन्हां दे हुक्म नाल सूरज चढ़दा है, ढलदा है, मौसम आउंदे, रुत आउंदी है, ये हर चीज़ां उन्हां दे हुक्म च ने। और टाइम ते दे आर टाइम बाउंड,
timing is very important in Guru Ji's blessings. ਜਦੋਂ ਟਾਈਮ ਆਊਗਾ ਉਦੋਂ ਹੀ ਉਹਨਾਂ ਨੇ ਮਿਹਰ ਤਾਂ ਕਰਨੀ ਹੈ, ਜ਼ਰੂਰ ਕਰਨੀ ਹੈ, ਪਰ ਆਪਣੀ ਪੇਸ਼ੈਂਸ ਘਟ ਜਾਂਦੀ ਹੈ ਕਈ ਵਾਰੀ। ਸੋ ਬੱਚਿਆਂ ਜਦੋਂ ਐਂਡ ਡਿਊਰਿੰਗ ਦਿਸ ਹੋਲ ਮਿਸਕੈਰੇਜ ਐਂਡ ਆਲ ਮੇਰਾ ਗ੍ਰੀਨ ਕਾਰਡ ਆ ਗਿਆ। ਉਦੋਂ ਤੱਕ ਮੇਰਾ ਗ੍ਰੀਨ ਕਾਰਡ ਆਇਆ ਗੁਰੂ ਜੀ 31 ਮਈ 2007 ਨੂੰ ਚਲੇ ਗਏ। ਐਂ ਲੱਗਿਆ ਕਿ ਗੁਰੂ ਜੀ ਹੁਣ ਮੈਂ ਇੰਡੀਆ ਜਾ ਕੇ ਕਰਨਾ ਵੀ ਕੀ ਹੈ, ਤੁਸੀਂ ਤਾਂ ਹੈ ਨਹੀਂ ਗਏ ਉੱਥੇ। ਇਹ ਸਿਰਫ ਮਨ ਚ ਹੋਈਆਂ ਗੱਲਾਂ। ਤੇ ਜੁਲਾਈ 20th 2007 ਮੇਰਾ ਗ੍ਰੀਨ ਕਾਰਡ ਆ ਗਿਆ। ਸੰਗਤ ਜੀ ਮੈਂ ਬਹੁਤ ਜ਼ਿਆਦਾ ਡਿਟੇਲ ਚ ਨਹੀਂ ਜਾਊਂਗੀ ਚੀਜ਼ਾਂ ਨੇ, ਕਿਉਂਕਿ ਗੁਰੂ ਜੀ ਕਹਿੰਦੇ ਸੀ ਸ਼ਾਰਟ ਮੇ ਸੁਣਾਈ। ਸੋ 20 ਤਰੀਕ ਦੀ ਥੋੜੀ ਜਿਹੀ ਇੰਪੋਰਟੈਂਸ ਸੀਗੀ ਇੱਥੇ, ਕਿਉਂਕਿ ਬਾਣੀ ਨਾਲ ਬਹੁਤ ਜੁੜੇ ਹੋਏ ਆ ਸਾਰਾ ਪਰਿਵਾਰ। ਗੁਰੂ ਜੀ ਨੇ ਤਾਂ ਹੋਰ ਵੀ ਜੋੜਤਾ ਸੀ ਕਿ ਗੁਰੂ ਜੀ ਨੇ ਮੇਰੇ ਮਾਮਾ ਨੂੰ ਕਿਹਾ ਸੀਗਾ ਕਿ ਮਾਮੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ। ਮਾਮਾ ਨੇ ਕਦੇ ਸੁਖਮਨੀ ਸਾਹਿਬ ਤੋਂ ਜ਼ਿਆਦਾ ਕੋਈ ਨਹੀਂ ਪਾਠ ਕੀਤਾ ਸੀ ਉਦੋਂ, ਪਰ ਗੁਰੂ ਜੀ ਨੇ ਕਰਵਾਇਆ ਮਾਮਾ ਨੂੰ। ਔਰ ਅੱਜ ਦੀ ਡੇਟ 'ਚ ਮਾਮਾ, ਉਸ ਟਾਈਮ ਮਾਮਾ 6-7 ਪਾਠ ਵੀ ਕਰ ਲੈਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਹੁਣ ਵੀ 3-4 ਪਾਠ ਤਾਂ ਹੁਣ ਵੀ ਮਾਮਾ ਕਰ ਦਿੰਦੇ ਨੇ ਸਾਲ 'ਚ। ਇਹ ਸਿਰਫ ਗੁਰੂ ਜੀ ਦੀ, ਉਹਨਾਂ ਨੇ ਕਰਵਾਉਣਾ ਹੈ। ਬਾਣੀ ਨਾਲ ਜੁੜਨਾ ਵੀ ਉਹਨਾਂ ਦੇ ਹੁਕਮ ਨਾਲ ਹੀ ਹੈ। ਤਾਂ ਜਿਵੇਂ ਦਿਮਾਗ 'ਚ ਸੀਗੀਆਂ, ਤਾਂ ਗੁਰੂ ਜੀ ਨੇ ਕਿਹਾ ਸੀ ਜੇ ਆਪ ਪਾਠ ਕਰ ਨਹੀਂ ਸਕਦੇ ਤਾਂ ਪਾਠ ਬੈਠ ਕੇ ਸੁਣੋ, ਜੇ ਸੁਣ ਨਹੀਂ ਸਕਦੇ ਤਾਂ ਜਿੱਤੋਂ ਪਾਠ ਕਰਵਾ ਰਹੇ ਉਹਨਾਂ ਦੀ ਸੇਵਾ ਆਪ ਕਰੋ। ਉਹ ਜਿਵੇਂ ਦਿਮਾਗ 'ਚ ਗੱਲਾਂ ਸੀਗੀਆਂ ਉਹ ਗੁਰੂ ਜੀ ਦੀਆਂ। ਤਾਂ ਜਦੋਂ ਮੈਂ US ਆਈ ਤਾਂ when I got my own house, ਤਾਂ ਉੱਥੇ ਹਰ ਸਾਲ ਅਖੰਡ ਪਾਠ ਮੈਂ ਕਰਾਉਂਦੀ ਸੀ। ਅਸੀਂ ਕਿਸੇ ਨੂੰ ਨਹੀਂ ਸੀ ਬੁਲਾਉਂਦੇ, ਸਿਰਫ ਭਾਈ ਜੀ ਆ ਕੇ ਪਾਠ ਕਰਦੇ ਸੀ ਤੇ ਉਹਨਾਂ ਦੀ ਅਸੀਂ ਆਪ ਸੇਵਾ ਕਰਦੇ ਸੀ। ਤਾਂ 2007 ਚ ਜੁਲਾਈ ਚ ਜਦੋਂ ਪਾਠ ਹੋਇਆ ਤਾਂ 20th ਜੁਲਾਈ ਨੂੰ ਭੋਗ ਪਿਆ ਤੇ ਉਸੇ ਦਿਨ ਮੇਰੇ ਗ੍ਰੀਨ ਕਾਰਡ ਆਇਆ। ਫਿਰ ਅਸੀਂ ਗੁਰੂ ਜੀ ਨੂੰ ਮਿਲਣ ਮਤਲਬ ਇੰਡੀਆ ਦਾ ਪਲਾਨ ਬਣਿਆ। ਸਭ ਤੋਂ ਪਹਿਲਾਂ ਵੱਡੇ ਮੰਦਿਰ ਗਏ। ਸੰਗਤ ਜੀ ਜਿਹਨੇ ਗੁਰੂ ਜੀ ਨੂੰ ਫਿਜ਼ੀਕਲ ਫਾਰਮ ਚ ਦੇਖਿਆ ਹੋਵੇ ਤੇ 7 ਸਾਲ ਨਾ ਮਿਲਿਆ ਹੋਵੇ ਤੇ ਫਿਰ ਖਾਲੀ ਚੇਅਰ ਨੂੰ ਮੱਥਾ ਟੇਕਣਾ ਬਹੁਤ ਮੁਸ਼ਕਿਲ ਲੱਗਦਾ ਸੀ। ਪਰ ਗੁਰੂ ਜੀ ਇਸ ਚੀਜ਼ ਚੋਂ ਵੀ ਬੜੀ ਜਲਦੀ ਕੱਢ ਲੈਂਦੇ ਨੇ ਕਿ ਮੈਂ ਕਿਤੇ ਨਹੀਂ ਗਿਆ। ਜਦੋਂ ਉਸ ਤੋਂ ਬਾਅਦ ਘਰੇ ਆਏ ਅਸੀਂ ਪਟਿਆਲੇ, ਦਿੱਲੀ ਤੋਂ ਜਦੋਂ ਪਟਿਆਲੇ ਆਏ ਤਾਂ ਬਾਪੂ ਜੀ, ਗੁਰੂ ਜੀ ਦੇ ਫਾਦਰ ਸਾਹਿਬ, ਉਹ ਅਚਾਨਕ ਘਰੇ ਆ ਗਏ। ਜਿਵੇਂ ਉਹਨਾਂ ਦੀ ਉੱਠਣੀ ਬੈਠਣੀ ਸੀ, ਜਿਵੇਂ ਉਹਨਾਂ ਦੇ ਦੇਖਣਾ ਸੀ, ਔਰ ਜਿੰਨੀ ਖੁਸ਼ਬੂ ਉਹਨਾਂ ਦੇ ਨਾਲ ਆਈ ਸੀਗੀ, ਮੇਰੇ ਮਨ ਨੂੰ ਪਤਾ ਸੀਗਾ ਕਿ ਦਿਸ ਇਜ਼ ਗੁਰੂ ਜੀ। ਤੇ ਉਹਨਾਂ ਨੇ ਮਾਮਾ ਹੋਰਾਂ ਨੂੰ ਕਿਹਾ ਕਿ ਬੱਚਿਆਂ ਨੂੰ ਅਗਲੇ ਸੰਡੇ ਡੁਗਰੀ ਲੈ ਕੇ ਆਓ। ਉਦੋਂ ਡੁਗਰੀ ਵੀ ਕੋਈ ਬਹੁਤ ਵੱਡੇ, ਕੁਛ ਸੰਗਤ, ਪੁਰਾਣਾ ਹੀ ਘਰ ਸੀਗਾ ਉਦੋਂ ਹਲੇ, ਤੇ ਕੋਈ ਹਾਲ ਵਗੈਰਾ ਕੁਛ ਨਹੀਂ ਸੀ ਬਣਿਆ ਹਲੇ। ਤਾਂ ਅਸੀਂ ਸੰਡੇ ਨੂੰ ਡੁਗਰੀ ਗਏ ਤਾਂ ਬਾਪੂ ਜੀ ਨੇ ਮਾਮਾ ਨੂੰ ਕਿਹਾ ਕਿ ਅਸੀਂ ਕੋਈ ਗੱਲ ਨਹੀਂ ਕੀਤੀ ਕਿ ਕੋਈ ਬੇਬੀ ਦੀ ਪ੍ਰੋਬਲਮ ਹੈ ਜਾਂ ਕੁਛ ਹੈ। ਬਾਪੂ ਜੀ ਨੇ ਮਾਮਾ ਨੂੰ ਕਿਹਾ ਕਿ ਬੱਚਿਆਂ ਨੂੰ ਮਿੱਠੇ ਚੌਲ ਖਵਾ ਦਿਓ। ਅਸੀਂ ਮਿੱਠੇ ਚੌਲ ਖਾਦੇ ਨੇ। ਦਿਸ ਵਾਜ਼ in September of 2007 and in November end my pregnancy was confirmed and my daughter was born the following year on July 20th 2008. Guru ji ਇੰਨੇ ਮਿਹਰਬਾਨ ਨੇ ਜੀ। ਕਿਹੜੀਆਂ ਚੀਜ਼ਾਂ ਨੇ ਜੋ ਉਹ ਸਾਡੇ ਤੋਂ ਲੁਕੋ ਕੇ ਰੱਖ ਲੈਂਦੇ ਨੇ? ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਜੀ ਦੇ ਆਪਣੇ ਮੂੰਹ ਤੋਂ ਮੈਂ ਗੱਲ ਸੁਣੀ ਹੋਈ ਹੈ ਕਿ ਮਹਾਪੁਰਸ਼ ਸਿਰਫ ਪਿਆਰ ਦੇ ਭੁੱਖੇ ਹੁੰਦੇ ਨੇ, ਔਰ ਉਹ ਤਾਂ ਮਹਾਪੁਰਸ਼ ਵੀ ਨਹੀਂ ਹੈਗੇ, ਉਹ ਤਾਂ ਪਰਮਾਤਮਾ ਆਪ ਨੇ। ਫਿਰ ਉਸ ਤੋਂ ਬਾਅਦ ਗੁਰੂ ਜੀ ਦੀ ਮਿਹਰ ਨਾਲ ਮੇਰੀ ਬੇਟੀ ਹੋਈ। ਕਦੇ ਸੋਚਿਆ ਵੀ ਨਹੀਂ ਸੀਗਾ ਕਿ I will, ਕਿਉਂਕਿ ਇੰਨੀ ਮੁਸ਼ਕਿਲ ਨਾਲ ਇਹ ਬੱਚਾ ਆਇਆ ਸੀ, ਗੁਰੂ ਜੀ ਦੀ ਦਾਤ। ਕਦੇ ਸੋਚਿਆ ਨਹੀਂ ਸੀਗਾ ਕਿ I will have another child or I will be able to have another child. The following year, out of the blue, I just went for a regular checkup with my doctor and she asked me, any chance you're pregnant? I said no. She said no, for a routine checkup I have to do your pregnancy test. She did it and it came positive. I did not believe her. मैं क्या नहीं हो ही नहीं सकता, अभी मेरे तो टेस्ट इधर उधर आते ही रहते हैं। She had ਉਹਦੇ office ਚ ਉੱਥੇ ultrasound ਸੀਗਾ and she did the ultrasound right then and there and the baby was there. मैं उसी time ਉੱਥੇ ਹੀ ਬੈਠ ਕੇ
ਮੇਰੇ ਇੱਕਦਮ ਜਿਹੜੇ ਆਪਣੇ ਥਾਟਸ ਨੇ ਨਾ, ਇਹ ਵੀ ਗੁਰੂ ਜੀ ਹੀ ਦਿੰਦੇ ਨੇ। ਕਿ ਮੈਂ ਉਸੇ ਟਾਈਮ ਉੱਥੇ ਬੈਠ ਕੇ ਸੋਚਿਆ ਕਿ ਗੁਰੂ ਜੀ ਮੈਂ ਤਾਂ ਇਹ ਬੱਚਾ ਨਾ ਮੰਗਿਆ ਹੈ, ਨਾ ਪਤਾ ਨਹੀਂ ਮੈਂ ਇਹਦੇ ਕਾਬਿਲ ਵੀ ਹੈਗੀ ਆ ਕਿ ਨਹੀਂ, ਇਹ ਤੁਸੀਂ ਮੈਨੂੰ, ਇਹ ਤੁਹਾਡਾ ਪ੍ਰਸ਼ਾਦ ਹੈ, ਮੈਂ ਇਹਦਾ ਨਾਮ ਰੂਹਾਨ ਰੱਖੂੰਗੀ। ਕੈਨ ਯੂ ਬਿਲੀਵ ਸੰਗਤ ਜੀ ਕਿ ਪ੍ਰੈਗਨੈਂਸੀ ਹਲੇ ਸਿਰਫ ਕਨਫਰਮ ਹੋਈ ਹੈ ਐਂਡ ਆਈ ਨੇਮਡ ਅ ਬੇਬੀ ਬॉय ਐਜ਼ ਰੂਹਾਨ। ਤੇ ਚਲੋ ਟਾਈਮ ਬੀਤਿਆ, ਉਸ ਤੋਂ ਬਾਅਦ ਦਸੰਬਰ ਚ ਇਟ ਵਾਸ ਜਿਵੇਂ ਰੂਟੀਨ ਇੱਥੇ ਯੂ ਕੈਨ ਫਾਈਂਡ ਆਊਟ, ਤੇ ਇਟ ਵਾਸ ਅ ਬੇਬੀ ਬॉय। ਮੈਂ ਉਹਨੂੰ ਕਦੇ ਬੇਬੀ ਬॉय ਨਹੀਂ ਕਿਹਾ, ਮੈਂ ਉਹਨੂੰ ਹਮੇਸ਼ਾ ਰੂਹਾਨ ਕਹਿ ਕੇ ਉਹਦੀ ਗੱਲ ਕਰਦੀ ਹਾਂ। Such a blessing in my life is Ruhan. He's on autism spectrum. He's not able to talk yet. He's 11 years old. पर गुरु महाराज ने उस बच्चे दे थ्रू मैनू बेअंत मेहर कीती है मेरे ते, इन्नी पेशेंस। मैं ਉਹ ਜਿਹੜੀਆਂ ਬਲੇਸਿੰਗਸ ਮੈਨੂੰ ਗੁਰੂ ਜੀ ਨੇ ਰੂਹਾਨ ਦੇ ਥਰੂ ਦਿੱਤੀਆਂ ਨੇ, ਉਹਨਾਂ ਦੀ ਤਾਂ ਮੈਂ ਕਿਸੇ ਉਹਨਾਂ ਨੂੰ ਵਰਡਸ ਜਾਂ ਗਿਣਤੀ ਚ ਕਾਊਂਟ ਵੀ ਨਹੀਂ ਕਰ ਸਕਦੀ। ਬਟ ਵੈਨ ਰੂਹਾਨ ਵਾਸ ਡਾਇਗਨੋਸਡ, ਹੀ ਵਾਸ 1.5 ਸਾਲ ਦਾ ਸੀ, ਬੱਚਾ ਬੋਲ ਹੀ ਨਹੀਂ ਰਿਹਾ, ਬਿਲਕੁਲ ਅਲੱਗ-ਅਲੱਗ ਕੱਲਾ ਕੱਲਾ ਘੁੰਮਦਾ ਰਹਿੰਦਾ ਸੀ। So he was diagnosed for being on autism spectrum. संगत जी, as you know, जो भी संगत पेरेंट्स ने, और you know especially mothers और parents, fathers ਦਾ ਵੀ ਉਵੇਂ ਹੀ ਹੁੰਦਾ ਕਿ ਜਦੋਂ ਡਾਇਗਨੋਸ ਹੁੰਦਾ ਛੋਟਾ ਬੱਚਾ, ਕੋਈ ਫੈਮਿਲੀ ਹਿਸਟਰੀ ਨਹੀਂ, ਕੁਛ ਨਹੀਂ, ਇੱਕ ਨਾ ਤੁਹਾਡੇ ਦਿਲ ਦੇ ਅੰਦਰ ਇੰਨੀ ਡੀਪ ਪੇਨ ਹੁੰਦੀ ਹੈ ਨਾ ਕਿ unbearable. It was really unbearable कि गुरु जी मैं की करूंगी, मैनू पता ही नहीं इस चीज का, how will I move forward with it। पर गुरु जी नाल ना प्यार, इन्ना इन्ना विश्वास है ना, ते मैं गुरु जी नू अरदास कीती कि गुरु जी तुसी मैनू रूहान दिता है, तुसी मैनू बहुत प्यार करते हो, मैनू कोई माड़ी चीज तो तुसी दिती नहीं, पर तुसी इस बच्चे नू किवें पालना है, ਉਹਦਾ ਰਸਤਾ ਔਰ ਉਹਦੀ ਹਿੰਮਤ ਮੈਨੂੰ ਤੁਸੀਂ ਦਿਓਗੇ। ਸੰਗਤ ਜੀ, that was in 2012 ਜਦੋਂ ਮੈਂ ਅਰਦਾਸ ਕੀਤੀ, ਔਰ ਅੱਜ 2021 ਹੈ, ਰੂਹਾਨ 11 ਸਾਲ ਦਾ ਹੋ ਗਿਆ। ਉਹਦੇ ਇਲਾਜ, ਉਹਦੀ ਕੇਅਰ ਚ ਅਸੀਂ ਦੁਨੀਆ ਦਾ ਕੋਈ ਕੋਨਾ ਨਹੀਂ ਛੱਡਿਆ। ਜਿੱਥੇ ਵੀ ਸਾਨੂੰ ਕੋਈ ਦੱਸਦਾ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ, ਵੀ ਆਲਵੇਜ਼ ਗੋ ਦੇਅਰ। ਮੈਨੂੰ ਕਦੇ ਕੋਈ ਮੈਡੀਸਿਨ ਨਹੀਂ ਦਿੱਤੀ, ਕਿਉਂਕਿ ਮੈਂ ਉਸ ਚੀਜ਼ 'ਚ ਬਿਲੀਵ ਨਹੀਂ ਕਰਦੀ, ਪਰ ਕੋਈ ਫਿਜ਼ੀਓਥੈਰੇਪੀ, ਹੋਮਿਓਪੈਥੀ, ਸਟੈਮ ਸੈਲ, ਕੋਈ ਵੀ ਟ੍ਰੀਟਮੈਂਟ ਹੈ, ਅਸੀਂ ਹਰ ਚੀਜ਼ ਰੂਹਾਨ ਤੇ ਟਰਾਈ ਕੀਤੀ ਹੈ, ਔਰ ਗੁਰੂ ਜੀ ਦੀ ਹੁਕਮ ਨਾਲ ਕੀਤੀ ਹੈ, ਕਿਉਂਕਿ ਗੁਰੂ ਜੀ ਕਹਿੰਦੇ ਸੀ ਕਿ ਦਵਾਈ ਨੇ ਆਪਣਾ ਕੰਮ ਕਰਨਾ, ਮੇਰੀ ਬਲੈਸਿੰਗ ਤਾਂ ਚੱਲਣੀ ਹੋਈ ਹੈ। ਉਹ ਸਾਰਾ ਕੁਝ ਕੀਤਾ, ਪਰ ਉਹਦੇ ਇਲਾਜ ਵਿੱਚ you know hundreds and thousands of dollars have been spent। ਮੇਰੀ ਇੰਨੀ ਕੈਪੈਸਿਟੀ ਨਹੀਂ ਹੈ ਕਿ ਮੈਂ ਇਹ ਸਾਰੇ ਖਰਚੇ ਕਰ ਸਕਾਂ। ਇਹ ਸਿਰਫ ਗੁਰੂ ਮਹਾਰਾਜ ਦੀ ਮਿਹਰ ਹੈ ਕਿ ਉਹ ਬੱਚੇ ਦੇ ਇਲਾਜ 'ਚ ਕਦੇ ਕੋਈ ਕਮੀ ਨਹੀਂ ਆਈ, ਨਾ ਉਹਦੀ ਕੇਅਰ 'ਚ ਕਦੇ ਕੋਈ ਕਮੀ ਆਈ। So 2012 January 6 he was diagnosed with autism। ਸੰਗਤ ਜੀ, ਉਸ ਟਾਈਮ ਤੱਕ ਮੈਨੂੰ ਕੁਝ ਵੀ ਨਹੀਂ ਸੀ ਪਤਾ ਵੀ ਸਤਸੰਗ ਵੀ ਕੋਈ ਚੀਜ਼ ਹੁੰਦੀ ਹੈ, ਕਿਉਂਕਿ ਗੁਰੂ ਜੀ ਨੂੰ ਮਿਲੇ ਸੀ, ਗੁਰੂ ਜੀ ਚਲੇ ਗਏ, ਪਰ ਇੱਕ ਚੀਜ਼ ਸੀ ਕਿ ਮੈਂ ਹਰ ਰੋਜ਼ ਗੁਰੂ ਜੀ ਦੇ ਅੱਗੇ ਜੋਤ ਜ਼ਰੂਰ ਜਗਾਉਂਦੀ ਸੀ, from 2000 to 2012, ਔਰ ਹੁਣ ਤੱਕ ਅਖੰਡ ਜੋਤ ਜਗਦੀ ਹੈ ਮੇਰੇ ਘਰ। ਪਰ ਉਦੋਂ ਹਰ ਰੋਜ਼ ਸਵੇਰੇ ਉੱਠ ਕੇ ਗੁਰੂ ਜੀ ਨੂੰ ਜੋਤ ਜ਼ਰੂਰ ਜਗਾਉਂਦੀ ਸੀ। ਤੇ 2012 6 ਜਨਵਰੀ ਨੂੰ ਜਦੋਂ ਇਹ ਡਾਇਗਨੋਸ ਹੋਇਆ, ਤਾਂ ਮੈਨੂੰ ਇੱਕ ਮੈਸੇਜ ਆਇਆ ਔਨ ਫੇਸਬੁੱਕ। ਉਹ ਆਂਟੀ ਮੈਨੂੰ ਅੱਜ ਵੀ ਮਿਲਦੇ ਨੇ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਉਹਨਾਂ ਨੇ ਮੈਨੂੰ ਉਹ ਮੈਸੇਜ ਕਿਉਂ ਕੀਤਾ ਸੀ। she did not know me कि यहाँ बेरिया में सत्संग शुरू हुए हैं, आप अटेंड करना पसंद करोगे। ਤੇ ਮੈਂ ਰੂਹਾਨ ਛੋਟਾ ਜਿਹਾ ਅੰਨਾ ਕੀ ਭਾਲੇ ਦੋ ਅੱਖੀਆਂ, ਮੈਨੂੰ ਤਾਂ ਇੱਕੋ ਹੀ ਬਹੁਤ ਸੀ ਉਸ ਟਾਈਮ। ਮੈਨੂੰ ਗੁਰੂ ਜੀ ਆਪਣੇ ਸਤਸੰਗ ਦੇ ਰੂਪ 'ਚ ਮੇਰੀ ਲਾਈਫ 'ਚ ਦੁਬਾਰਾ ਵਾਪਸ ਆਏ, ਜਦੋਂ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਸੰਗਤ ਜੀ, ਉਹ ਦਿਨ ਹੈ, ਅੱਜ ਦਾ ਦਿਨ ਹੈ,
सत्संग का सिलसिला शुरू हो गया। फिर ਇੰਨੀ ਖੁਸ਼ੀ ਮਿਲਦੀ ਹੈ ਸੰਗਤ ਨੂੰ ਮਿਲ ਕੇ, ਸਤਸੰਗ ਅਟੈਂਡ ਕਰਕੇ। ਹੁਣ ਗੁਰੂ ਮਹਾਰਾਜ ਦੀ ਮਿਹਰ ਨਾਲ ਹੁਣ ਘਰੇ ਵੀ ਰੈਗੂਲਰ ਸਤਸੰਗ ਹੋਣ ਲੱਗ ਪਏ ਨੇ, ਬੱਚੇ ਇੰਨੇ ਜੁੜੇ ਹੋਏ ਨੇ। ਰੂਹਾਨ ਹੋਰ ਕੁਛ ਕਰੇ ਨਾ ਕਰੇ, ਗੁਰੂ ਜੀ ਨੂੰ ਜ਼ਰੂਰ ਮੱਥਾ ਟੇਕਦਾ ਸਵੇਰੇ ਸ਼ਾਮ, ਸਵੇਰੇ ਉੱਠ ਕੇ ਰਾਤ ਨੂੰ ਸੌਣ ਤੋਂ ਪਹਿਲਾਂ। ਉਹ ਬੱਚੇ ਨੂੰ ਮੈਂ ਕੋਈ ਵੀ ਚੀਜ਼ ਹੋਰ ਕਹਿ ਕੇ ਨਹੀਂ ਕਰਵਾ ਸਕਦੀ, ਪਰ ਇੱਕ ਗੁਰੂ ਜੀ ਦਾ ਮੱਥਾ ਉਹ ਮੇਰੇ ਬਿਨਾਂ ਕਹੇ ਟੇਕਦਾ। ਦੋਵੇਂ ਬੱਚੇ ਵੈਰੀ ਕਨੈਕਟਡ ਵਿਦ ਗੁਰੂ ਜੀ। ਗੁਰੂ ਜੀ ਆਪਣੇ ਕਰੀਅਰ ਦੀ ਗੱਲ ਕਰਾਂ ਤਾਂ ਮਹਾਰਾਜ ਨੇ ਮੈਨੂੰ ਮੇਰੀ ਕੈਪੇਬਿਲਿਟੀ ਤੋਂ ਕਿਤੇ ਜ਼ਿਆਦਾ ਮੈਨੂੰ ਬਖਸ਼ਿਆ, ਕਿਤੇ ਜ਼ਿਆਦਾ। ਆਈ ਐਮ ਜਸਟ ਅ ਜਨਰਲ ਡੈਂਟਿਸਟ। ਅਚਾਨਕ ਮੇਰੇ ਅੱਗੇ ਮੈਂ ਕਿਸੇ ਲਈ ਜੌਬ ਕਿਸੇ ਦੇ ਲਈ ਮੈਂ ਜੌਬ ਲੱਭ ਰਹੀ ਸੀ, ਐਂਡ ਦੈਟ ਜੌਬ ਵਾਸ ਸਪੋਜ਼ਡ ਟੂ ਬੀ ਪੀਡੀਆਟ੍ਰਿਕ ਸਰਜਰੀ, ਡੈਂਟਲ ਸਰਜਰੀਜ਼। ਮੈਂ ਫਰੈਸ਼ ਗ੍ਰੈਜੂਏਟ ਸੀ, ਮੈਂ ਜਿਹਦੇ ਲਈ ਜੌਬ ਲੱਭ ਰਹੀ ਸੀ, ਪਰ ਜਿਵੇਂ ਗੁਰੂ ਜੀ ਦੀ ਹੁਕਮ ਹੁੰਦਾ ਹੈ, ਆਈ ਗॉट दैट। ਐਂਡ ਉਹ ਡਾਕਟਰ ਨੇ ਕਿਹਾ ਕਿ ਨਹੀਂ, ਮੈਂ ਤੈਨੂੰ ਹੀ ਰੱਖਣਾ। ਉਸ ਤੋਂ ਬਾਅਦ ਹੁਣ ਮੈਂ 10 ਸਾਲ ਉੱਥੇ ਜੌਬ ਕੀਤੀ। ਹੁਣ ਪਿਛਲੇ 7 ਸਾਲ ਤੋਂ ਆਈ ਹੈਵ ਮਾਈ ਓਨ ਪ੍ਰੈਕਟਿਸ, not mine, it is all Guru Ji's practice। ਕਿਉਂਕਿ ਮੈਂ ਸੋਚ ਵੀ ਨਹੀਂ ਸਕਦੀ ਸੰਗਤ ਜੀ, ਜੋ ਗੁਰੂ ਜੀ ਦੀਆਂ ਬਲੇਸਿੰਗਸ ਇੱਥੇ, not ਮੈਂ ਤਾਂ ਚਲੋ ਆਪਾਂ ਤਾਂ ਬਹੁਤ ਕਿਸਮਤ ਵਾਲੇ ਆ ਕਿ ਆਪਾਂ ਗੁਰੂ ਜੀ ਦੀ ਸੰਗਤ ਆ, ਆਪਾਂ ਨੂੰ ਪਤਾ ਹੈ ਕਿ ਗੁਰੂ ਜੀ ਆਪਣੇ ਤੇ ਮਿਹਰ ਕਰ ਰਹੇ ਨੇ। ਜਿਹੜੇ ਮੇਰੇ ਛੋਟੇ ਛੋਟੇ ਪੇਸ਼ੈਂਟਸ ਆਉਂਦੇ ਨੇ ਇੱਥੇ, ਹਰ ਤਰ੍ਹਾਂ ਦਾ ਇਲਾਜ ਹੁੰਦਾ ਜੀ, ਹਰ ਗਰੀਬ ਦਾ, ਹਰ ਬੰਦੇ ਦਾ ਇੱਥੇ ਇਲਾਜ ਹੁੰਦਾ। ਮੈਂ 3-3 4-4 ਘੰਟੇ ਲੋਕ ਡਰਾਈਵ ਕਰਕੇ ਇਸ ਕਲੀਨਿਕ 'ਚ ਆਪਣਾ ਟ੍ਰੀਟਮੈਂਟ ਕਰਵਾਉਣ ਆਉਂਦੇ ਨੇ। ਗੁਰੂ ਜੀ ਨੇ ਮੈਨੂੰ ਰੂਹਾਨ ਦਿੱਤਾ। ਹੀ ਮੇਡ ਮੀ ਅ ਬੈਟਰ, ਮੋਰ ਪੇਸ਼ੈਂਟ ਮਦਰ, ਐਂਡ ਹੀ ਮੇਡ ਮੀ ਅ ਈਵਨ ਬੈਟਰ ਡੈਂਟਿਸਟ। ਕਿ ਸੈਂਟਰਲ ਵੈਲੀ 'ਚ ਇਸ ਟਾਈਮ ਅਗਰ ਕੋਈ ਸਪੈਸ਼ਲ ਨੀਡਸ ਬੱਚਿਆਂ ਦਾ ਕਿਤੇ ਇਲਾਜ ਹੋ ਸਕਦਾ ਤਾਂ ਸਿਰਫ ਆਪਣੇ ਇੱਥੇ ਗੁਰੂ ਜੀ ਦੇ ਆਫਿਸ 'ਚ ਹੁੰਦਾ। I will narrate a few incidents about what miracles ਗੁਰੂ ਜੀ ਨੂੰ ਵਰਡ ਚੰਗਾ ਨਹੀਂ ਸੀ ਲੱਗਦਾ, ਕਿੰਨੀਆਂ ਮੇਰਾ ਗੁਰੂ ਜੀ ਨੇ ਇਸ ਆਫਿਸ ਤੇ ਕੀਤੀਆਂ ਨੇ। In 2019 there was a patient ਮੇਰੇ ਆਫਿਸ 'ਚ ਆਇਆ। ਉਹ ਬੱਚਾ ਕਦੇ ਆਪਣੀ ਲਾਈਫ 'ਚ ਬੋਲਿਆ ਨਹੀਂ ਸੀ। He was on Down syndrome। ਤੇ ਨਾਰਮਲੀ ਰੂਟੀਨ ਹੁੰਦੀ ਹੈ ਕਿ ਪਹਿਲਾਂ ਤੁਹਾਡੀ ਅਸਿਸਟੈਂਟ ਜਾ ਕੇ ਐਕਸ-ਰੇਜ਼ ਵਗੈਰਾ ਲੈਂਦੇ ਨੇ, ਤੇ ਉਹ ਪੇਸ਼ੈਂਟ ਬਿਲਕੁਲ ਕੋਆਪਰੇਟ ਨਹੀਂ ਸੀ ਕਰ ਰਿਹਾ। ਮੈਂ ਆਫਿਸ 'ਚ ਬੈਠੀ ਸੀ ਤੇ ਆਫਿਸ 'ਚ ਗੁਰੂ ਜੀ ਦਾ ਵੱਡਾ ਸਰੂਪ ਲੱਗਿਆ ਹੋਇਆ। ਆਫਿਸ ਵਾਲੇ ਵੀ, ਸਾਰੀਆਂ ਕੁੜੀਆਂ ਨੂੰ ਪਤਾ ਹੈ, ਭਾਵੇਂ ਗੋਰੀਆਂ ਨੇ, ਜੋ ਮੈਕਸੀਕਨਸ, ਜੋ ਵੀ, ਦੇ ਆਲ ਨੋ ਹੂ ਇਜ਼ ਗੁਰੂ ਜੀ। ਤਾਂ ਉਹ ਵਿਚਾਰੀ ਖਪੀ ਹੋਈ ਸੀ ਵੀ ਨਹੀਂ, ਇਹ ਬੱਚਾ ਮੰਨ ਨਹੀਂ ਰਿਹਾ ਕੋਈ ਮੇਰੀ ਗੱਲ। ਤਾਂ ਸ਼ੀ ਕੇਮ ਟੂ ਦ ਆਫਿਸ ਐਂਡ ਸ਼ੀ ਸੈਡ, ਗੁਰੂ ਜੀ ਨੇ ਇਹ ਤਾਂ ਕਹਾ ਹੋਣਾ ਕਿ ਯੂ ਬੋਥ ਨੀਡ ਟੂ ਕਮ। You both means me and Guruji need to come and see what's wrong with the child। ਚਲੋ ਮੈਂ ਜਾ ਕੇ ਗਈ, ਮੈਂ ਬੱਚੇ ਨਾਲ ਗੱਲ ਕੀਤੀ। ਮੈਂ ਕਿਹਾ, ਕਾਰਲੋਸ, you do not want to do the x-rays? ਸੰਗਤ ਜੀ ਤੁਸੀਂ ਬਲੀਵ ਕਰੋਗੇ ਉਹ ਬੱਚਾ ਬੋਲਿਆ, ਉਹ ਕਹਿੰਦਾ, no, I don't want to, doctor। And these were the words that came out of his mouth। ਮੈਂ ਬੱਚੇ ਨੂੰ ਤਾਂ ਕੀ ਸੰਭਾਲਣਾ ਸੀ, ਉਹਦੀ ਮਾਂ ਬੇਹੋਸ਼ ਹੋਣ ਵਾਲੀ ਹੋ ਗਈ ਕਿ ਇਹ ਬੱਚਾ ਬੋਲ ਰਿਹਾ। ਫਸਟ ਟਾਈਮ ਉਹ ਬੱਚੇ ਨੇ ਆਪਣੇ ਮੂੰਹ ਚੋਂ ਵਰਡਸ, ਉਹਦੀਆਂ ਸਿਸਟਰਸ ਵਰ ਇਨ ਦਾ ਵੇਟਿੰਗ ਰੂਮ, ਉਹ ਆਈਆਂ ਭੱਜੀਆਂ ਕਿ ਇਹ ਸਾਡਾ ਬ੍ਰਦਰ ਇੱਥੇ ਕਾਰਲੋਸ, ਹੀ ਬਸ 7-8 ਸਾਲ ਦਾ ਬੱਚਾ ਸੀ, ਵੀ ਉਹ ਬੋਲ ਰਿਹਾ। Is it me ਕਿ ਮੈਂ ਉਹਦੇ ਨਾਲ ਜਾ ਕੇ ਗੱਲ ਕੀਤੀ? Absolutely not, absolutely not। It is ਗੁਰੂ ਜੀ ਦੀ ਬਖਸ਼ਿਸ਼। ਇੱਕ ਹੋਰ ਬੱਚੇ ਦੀ, ਕ੍ਰਿਸਚਨ ਉਹਦਾ ਨਾਮ, ਉਹਦੀ ਡੈਂਟਲ ਸਰਜਰੀ ਹੋਈ, ਸਿਰਫ ਉਹਦੇ ਦੰਦਾਂ ਦਾ, he had deep cavities, ਕਾਫੀ ਜ਼ਿਆਦਾ ਸੀਗੀਆਂ। ਉਹਦਾ ਟ੍ਰੀਟਮੈਂਟ ਹੋਇਆ ਤੇ ਉਹਦੀ ਮਾਂ ਮੇਰੇ ਕੋਲ 2 ਮਹੀਨੇ ਬਾਅਦ ਆਈ। ਉਹਨੇ ਸਪੈਸ਼ਲ ਅਪਾਇੰਟਮੈਂਟ ਬਣਾਈ ਕਿ ਜਸਟ ਟੂ ਟਾਕ ਟੂ ਦ ਡਾਕਟਰ। ਐਂਡ ਉਹ ਮੇਰੇ ਲਈ ਇੱਕ ਪ੍ਰੈਜ਼ੈਂਟ ਲੈ ਕੇ ਆਈ, ਕਹਿੰਦੀ ਮੈਂ ਤੇਰਾ ਦੇਣ ਨਹੀਂ ਦੇ ਸਕਦੀ ਕਿ ਜਦੋਂ ਦੀ ਤੂੰ ਸਰਜਰੀ ਕੀਤੀ ਹੈ ਬੱਚਾ ਬੋਲਣ ਲੱਗ ਪਿਆ। Is it me? ਮੈਂ ਕੌਣ ਹੁੰਦੀ ਹਾਂ? ਮੈਂ ਜੇ ਕਰ ਸਕਦੀ ਹਾਂ ਮੈਂ ਆਪਣੇ ਬੱਚੇ ਨੂੰ ਬੋਲਣ ਲਾ ਲਵਾਂ। ਇਹ ਸਿਰਫ ਉਹ ਆਪਣੇ ਭਗਤਾਂ ਨੂੰ ਵਡਿਆਈ ਦਿੰਦੇ ਨੇ, ਸਿਰਫ ਔਰ ਸਿਰਫ ਆਪਣੇ ਭਗਤਾਂ ਦੀ ਵਡਿਆਈ ਗੁਰੂ ਜੀ ਕੁਝ ਵੀ ਕਰ ਸਕਦੇ ਨੇ। He loves his ਸੰਗਤ so much। ਸੰਗਤ ਜੀ, ਮੈਂ ਇੱਕ ਆਪਣੀ ਹੈਲਥ ਦਾ ਸਤਸੰਗ ਸ਼ੇਅਰ ਕਰੂੰਗੀ ਕਿ this is I'm sharing ਜਦੋਂ ਗੁਰੂ ਜੀ ਹੁਣ ਫਿਜ਼ੀਕਲ ਫਾਰਮ 'ਚ ਨਹੀਂ ਹੈਗੇ, ਪਰ
ਹੁਣ ਤਾਂ ਪਹਿਲੋਂ ਪਿੱਛੋਂ ਵਾਲੇ ਕੋਈ ਫਰਕ ਲੱਗਦਾ ਹੀ ਨਹੀਂ ਹੈਗਾ, ਹੁਣ ਤਾਂ ਆਈ ਲੱਗਦਾ ਇਟਸ ਅ ਕੰਟੀਨਿਊਏਸ਼ਨ ਆਫ ਆਰ ਜਰਨੀ ਵਿਦ ਹਿਮ। In 2016, May of 2016, I get a dream of Guru Maharaj. ਮੈਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੁੱਸੇ 'ਚ ਨਹੀਂ, ਜਿਵੇਂ ਗੁਰੂ ਜੀ ਦੀ ਇੱਕ ਵੈਰੀ ਸਟਰਨ ਐਂਡ ਫਰਮ ਵੌਇਸ ਹੁੰਦੀ ਸੀਗੀ ਕਿ ਡਾਕਟਰ ਸਾਹਿਬ ਇਹ ਬੈੱਡ ਨੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਕੇ ਲਾਓ, ਫਿਰ ਕਹੇਂਗੀ ਮੈਨੂੰ ਕੈਂਸਰ ਹੋ ਗਿਆ। ਤੇ ਗੁਰੂ ਜੀ ਕਹਿਣ ਤੇ ਉਹ ਮੈਂ ਨਾ ਕਰਾਂ, ਇਹ ਤਾਂ ਹੋ ਹੀ ਨਹੀਂ ਸਕਦਾ। ਮੈਨੂੰ ਕਿਹਾ, ਮੈਂ ਕਿਹਾ ਅਮਨ ਵੀ ਆਪਾਂ ਨੂੰ ਵੀ ਹੈਵ ਟੂ ਚੇਂਜ ਦ ਡਾਇਰੈਕਸ਼ਨ ਆਫ ਦ ਬੈੱਡ। ਕਹਿੰਦੇ ਆਰ ਯੂ ਸ਼ੋਰ? ਮੈਂ ਕਿਹਾ ਬਿਲਕੁਲ, ਹੁਣ ਕੋਈ ਡਾਊਟ ਹੈ ਹੀ ਨਹੀਂ, ਤਾਂ ਕਰਨੀ ਪੈਣੀ ਆਪਾਂ ਨੂੰ। ਸੋ ਵੀ ਡਿਡ, ਐਂਡ August of the same year, I was diagnosed in a routine checkup. The doctor said ki I am in my routine cervical checkup. She said ki I am seeing something which is not good. So I think we have to do a biopsy. And she made it almost 100% sure to me ki the test is gonna come back positive and we have to do a surgery. We have to remove the cervix. ਮੈਂ ਕਿਹਾ ਹਾਏ ਗੁਰੂ ਜੀ, ਛੋਟੇ ਛੋਟੇ ਮੇਰੇ ਬੱਚੇ ਨੇ ਤੇ ਮੈਨੂੰ ਤਾਂ ਸੂਈਆਂ ਤੋਂ ਬਹੁਤ ਡਰ ਲੱਗਦਾ ਹੈ, ਮੈਂ ਕਿਵੇਂ ਕਰੂੰਗੀ ਇਹ ਸਾਰਾ ਕੁਝ। ਤੇ ਸਿਰਫ ਇੰਨਾ ਹੀ ਕਿਹਾ, ਹੋਰ ਮੈਂ ਕੁਝ ਨਹੀਂ ਕਿਹਾ ਕਿ ਗੁਰੂ ਜੀ ਮੈਨੂੰ ਤੁਸੀਂ ਠੀਕ ਕਰ ਦਿਓ, ਜਾਂ ਮੈਂ ਉਹ ਚੀਜ਼, ਗੁਰੂ ਜੀ ਨਾਲ ਮੇਰਾ ਪ੍ਰੋਮਿਸ ਹੈ ਕਿ ਮੈਂ ਤੁਹਾਡੇ ਤੋਂ ਮੰਗਣੀ ਨਹੀਂ ਗੁਰੂ ਜੀ, ਤੁਸੀਂ ਸਿਰਫ ਮੈਨੂੰ ਮੇਰੀ ਇਮੋਸ਼ਨਲ ਹੈਲਥ ਦਾ ਧਿਆਨ ਰੱਖੋ। ਐਂਡ ਉਹੀ ਗੱਲ, ਉਹਨੇ ਮੇਰੀ ਬਾਇਓਪਸੀ ਕੀਤੀ, ਐਂਡ while she was taking the samples, after that she called me, the doctor, ਕਿ ਠੀਕ ਵੀ, you know, be ready, be prepared for anything. ਤੇ 2 ਹਫ਼ਤੇ ਬਾਅਦ ਰਿਪੋਰਟ ਆਈ, and she said ਕਿ ਉਹਨੇ ਮੈਨੂੰ ਸਾਰਾ ਦੱਸਿਆ, ਕਹਿੰਦੀ ਰਿਪੋਰਟ is negative, but we have to do every 3 years ਹੁੰਦਾ ਅੱਗੇ ਪੈਪ ਸਮੀਅਰ, ਕਹਿੰਦੀ ਹੁਣ every year ਕਰਾਂਗੇ। ਅਗਲੇ ਸਾਲ ਹੋਇਆ same process ਕਿ she saw something and then she had to do the biopsy and the test comes negative, and then again the 3rd year the same thing। ਹੁਣ ਜਦੋਂ 4th year ਆਇਆ ਤਾਂ ਡਾਕਟਰ ਕਹਿੰਦੀ ਕਿ you know what, I think your body is playing games, ਵੀ ਜੇ ਹੁਣ ਮੈਨੂੰ ਕੁਝ ਲੱਗਿਆ ਤੇ ਮੈਂ ਬਾਇਓਪਸੀ ਨਹੀਂ ਕਰਨੀ, I'm just gonna ਇੱਕ ਇਨੀਸ਼ੀਅਲ ਟੈਸਟ ਕਰਦੇ ਹਾਂ, ਜੇ ਉਹ ਨੈਗੇਟਿਵ ਆ ਗਿਆ ਤਾਂ ਠੀਕ ਹੈ, ਜੇ ਪੋਜ਼ਿਟਿਵ ਆਇਆ then we have to just do the surgery, we cannot, because the virus can be much more deeper than what we are seeing। ਮੈਂ ਪਤਾ ਨਹੀਂ ਉਹਨੂੰ ਕਿਉਂ ਪੁੱਛ ਲਿਆ, ਮੈਨੂੰ ਆਪ ਨੂੰ ਪਤਾ ਹੈ ਚੀਜ਼। ਮੈਂ ਕਿਹਾ what if it's not even there? ਕਹਿੰਦੀ ਤੂੰ ਵੀ ਡਾਕਟਰ ਹੈ, ਮੈਂ ਵੀ ਡਾਕਟਰ ਹਾਂ, ਇਹ you know, this is not the question I should be answering, you should know that it doesn't get cleared like that। ਸੰਗਤ ਜੀ, ਉਹ ਜਦੋਂ ਟੈਸਟ ਆਇਆ ਤੇ ਇਨੀਸ਼ੀਅਲ ਟੈਸਟ ਹੀ ਨੈਗੇਟਿਵ ਆਇਆ। ਸ਼ੁਕਰਾਨਾ ਗੁਰੂ ਜੀ। ਫਿਰ ਕਹਿੰਦੀ ਓਕੇ ਵਿਲ ਰਿਪੀਟ ਇਟ ਨੈਕਸਟ ਈਅਰ। ਸੰਗਤ ਜੀ, ਹੁਣੀ 2 ਹਫ਼ਤੇ ਪਹਿਲਾਂ ਮੇਰਾ ਫੇਰ ਉਹੀ ਟੈਸਟ ਹੋ ਕੇ ਹਟਿਆ, ਔਰ ਹੁਣ ਕਹਿੰਦੀ ਕਿ ਐਬਸੋਲਿਊਟਲੀ ਐਵਰੀਥਿੰਗ ਇਜ਼ clean sheet and we'll just follow the routine procedure which will be after every 3 years। ਇਹ ਗੱਲਾਂ ਨਾ ਆਪਾਂ ਨੂੰ ਕਹਿਣ ਨੂੰ ਬਹੁਤ ਛੋਟੀਆਂ ਲੱਗਦੀਆਂ ਨੇ ਕਿ ਆਪਾਂ ਗੱਲ ਕਰ ਲਈ, ਕੈਂਸਰ ਠੀਕ ਹੋ ਗਿਆ। ਇਹ ਕੋਈ ਗੁਰੂ ਜੀ ਦੀਆਂ ਮਿਹਰਾਂ ਨੇ, ਇਹ ਬਖਸ਼ਿਸ਼ਾਂ ਨੇ ਉਹਨਾਂ ਦੀਆਂ। ਮੇਰੀ ਬੇਟੀ ਜਦੋਂ 2 ਸਾਲ ਦੀ ਸੀਗੀ, she had severe allergies to everything around in the environment। ਕੋਈ ਪੇੜ, ਅਸੀਂ ਉਹਦਾ ਐਲਰਜੀ ਟੈਸਟ ਕਰਾਇਆ ਜਿਹਦੇ ਚ ਕਿ ਉਹ 70-80 ਸ਼ਾਰਟਸ ਲੱਗਦੇ ਨੇ ਤੁਹਾਡੇ ਬੈਕ ਤੇ। she was allergic to everything, grass, ਕੋਈ ਲੀਵਸ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿਹੜੀ ਚੀਜ਼ ਤੋਂ ਉਹਨੂੰ ਐਲਰਜੀ ਸੀਗੀ। ਪਰ ਡਾਕਟਰਸ ਕਹਿੰਦੇ ਤੇ ਸ਼ਾਰਟਸ ਲੱਗਣੇ ਨੇ। ਮੈਂ ਕਿਹਾ ਮੈਂ ਇੰਨੇ ਛੋਟੇ ਬੱਚੇ ਦੇ ਸ਼ਾਰਟਸ ਨਹੀਂ ਲਵਾਉਣੇ ਹੈਗੇ, ਐਲਰਜੀ ਸ਼ਾਰਟਸ। ਤੇ ਸਿਰਫ ਗੁਰੂ ਜੀ ਦਾ ਲੰਗਰ ਖਾਂਦੀ ਰਹੀ ਹੈ ਬੱਚੀ, ਸਾਨੂੰ ਪਤਾ ਵੀ ਨਹੀਂ ਚੱਲਿਆ ਕਿ ਉਹਦੀਆਂ ਐਲਰਜੀਜ਼ ਕਿੱਥੇ ਗਾਇਬ ਹੋ ਗਈਆਂ। ਪਰ ਗੁਰੂ ਜੀ ਦੀ ਮਿਹਰ ਨਾਲ she plays golf every single day। ਬੱਚਾ ਕਦੇ ਗੋਲਫ ਖੇਡ ਹੀ ਨਹੀਂ ਸਕਦਾ ਜਦੋਂ ਤੱਕ, ਜੇ ਤੁਹਾਨੂੰ ਇੰਨੀਆਂ ਆਊਟਡੋਰ ਐਲਰਜੀਜ਼ ਨੇ। ਸੰਗਤ ਜੀ, ਗੁਰੂ ਮਹਾਰਾਜ ਆਪਣੇ ਨਾਲ ਹਮੇਸ਼ਾ ਨੇ। ਉਹਨਾਂ ਦਾ ਇੰਨਾ ਸੋਹਣਾ ਮਹੀਨਾ ਅੱਜ ਸ਼ੁਰੂ ਹੋਇਆ। ਆਪਾਂ ਸਭ ਨੂੰ ਬਹੁਤ ਵਧਾਈਆਂ ਗੁਰੂ ਜੀ ਦੇ ਬਰਥਡੇ ਮੰਥ ਦੀਆਂ, ਗੁਰੂ ਜੀ ਦੇ ਬਰਥਡੇ ਵੀਕ ਦੀਆਂ। ਸ਼ੁਕਰਾਨਾ ਮਹਾਰਾਜ, ਤੁਸੀਂ ਇਨਸਾਨੀ ਜਾਮਾ ਪਾ ਕੇ ਸਾਡੇ ਵਰਗਿਆਂ ਨੂੰ ਤਾਰਨ ਆਏ। ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ। ਸੰਗਤ ਜੀ, ਮੈਂ ਇੰਨਾ ਕਹਿ ਕੇ ਆਪਣਾ ਸਤਸੰਗ ਇੱਥੇ
ਫਿਨਿਸ਼ ਤਾਂ ਨਹੀਂ ਕਹੂੰਗੀ, ਟੂ ਬੀ ਕੰਟੀਨਿਊਡ। ਜਦੋਂ ਵੀ ਗੁਰੂ ਜੀ ਮੌਕਾ ਦੇਣਗੇ ਫਿਰ ਸ਼ੇਅਰ ਕਰੂੰਗੀ। ਜੈ ਗੁਰੂ ਜੀ ਸੰਗਤ ਜੀ, ਆਪਾਂ ਸਭ ਨੂੰ ਬਹੁਤ ਵਧਾਈਆਂ ਗੁਰੂ ਜੀ ਦੇ ਬਰਥਡੇ ਦੀ।